ਪੱਥਰ ਯੁੱਗ ਦਾ ਆਦਮੀ। ਵਿਗਿਆਨਕਾਂ ਦਾ ਅਨੁਮਾਨ ਹੈ ਕਿ ਸਾਡੀ ਧਰਤੀ ਨੂੰ ਬਣਿਆ ਕਰੋੜਾਂ ਸਾਲ ਹੋ ਗਏ ਹਨ। ਪਹਿਲਾਂ ਇਹ ਸੂਰਜ ਦਾ ਇੱਕ ਹਿੱਸਾ ਸੀ। ਸੂਰਜ ਤੋਂ ਟੁੱਟ ਕੇ ਬਲ ਰਹੇ ਭਾਂਬੜ ਦਾ ਇਹ ਗੋਲਾ ਉਹਦੇ ਗਿਰਦ ਘੁੰਮਣ ਲੱਗ ਪਿਆ ਤੇ ਹੌਲੇ ਹੌਲੇ ਉਸ ਤੋਂ ਪਰੇ ਹਟਦਾ ਗਿਆ। ਕਰੋੜਾਂ ਸਾਲਾਂ ਬਾਅਦ ਇਹ ਠੰਡਾ ਹੁੰਦਾ ਗਿਆ। ਆਖਰ ਸਮਾਂ ਪਾ ਕੇ ਇਸ ਦੇ ਕਈ ਭਾਗਾਂ ਵਿੱਚ ਬਨਸਪਤੀ ਉੱਗ ਪਈ। ਧਰਤੀ ਤੇ ਜੀਵ ਦੀ ਉਤਪਤੀ ਬਾਰੇ ਠੀਕ ਪਤਾ ਨਹੀਂ, ਪਰ ਇਹ ਗੱਲ ਸਿੱਧ ਹੋ ਚੁੱਕੀ ਹੈ ਕਿ ਮਨੁੱਖ ਦੀ ਹੋਂਦ ਤੋਂ ਕਰੋੜਾਂ ਸਾਲ ਪਹਿਲਾਂ ਇਸ 'ਤੇ ਅਜਿਹੇ ਜੀਵ ਜੰਤੂ ਵੱਸਦੇ ਸਨ ਜਿਹੜੇ ਡੀਲ ਡੌਲ ਤੇ ਆਕਾਰ ਵਿੱਚ ਬੜੇ ਅਜੀਬ ਸਨ। ਇਹਨਾਂ ਜੀਵ ਜੰਤੂਆਂ ਬਾਰੇ ਜਾਣਕਾਰੀ ਸਾਨੂੰ ਇਹਨਾਂ ਦੇ ਪਿੰਜਰਾਂ ਤੋਂ ਮਿਲਦੀ ਹੈ, ਜਿਹੜੇ ਲੱਖਾਂ ਸਾਲ ਜ਼ਮੀਨ ਵਿੱਚ ਦੱਬੇ ਰਹਿਣ ਕਰਕੇ ਪਥਰਾ ਗਈ ਹਾਲਤ ਵਿੱਚ ਮਿਲਦੇ ਹਨ। ਇਹਨਾਂ ਪੱਥਰਾਂ ਦੇ ਬਣੇ ਹੋਏ ਪਿੰਜਰਾਂ ਨੂੰ ਅੰਗਰੇਜ਼ੀ ਵਿੱਚ ਫੋਸਿਲ ਆਖਦੇ ਹਨ। ਇਹ ਫੋਸਿਲ ਦੁਨੀਆ ਦੇ ਕਈ ਭਾਗਾਂ ਵਿੱਚੋਂ ਮਿਲੇ ਹਨ ਤੇ ਸੰਸਾਰ ਦੇ ਵੱਡੇ ਵੱਡੇ ਅਜਾਇਬ ਘਰਾਂ ਵਿੱਚ ਰੱਖੇ ਹੋਏ ਹਨ। ਇਸੇ ਤਰ੍ਹਾਂ ਦੁਨੀਆ ਦੇ ਕਈ ਹਿੱਸਿਆਂ ਵਿੱਚੋਂ ਮਨੁੱਖ ਦੇ ਫੋਸਿਲ ਮਿਲੇ ਹਨ, ਜਿਨ੍ਹਾਂ ਤੋਂ ਮਨੁੱਖ ਦੀ ਕਹਾਣੀ ਦਾ ਪਤਾ ਲੱਗਦਾ ਹੈ। ਇਹ ਇੱਕ ਬੜਾ ਦਿਲਚਸਪ ਸਵਾਲ ਹੈ ਕਿ ਪਹਿਲਾ ਆਦਮੀ ਕਦੋਂ ਤੇ ਕਿੱਥੇ ਹੋਇਆ, ਪਰ ਇਹਦਾ ਉੱਤਰ ਦੇਣਾ ਸੰਭਵ ਨਹੀਂ। ਮਨੁੱਖ ਜਾਤੀ ਨੂੰ ਇਸ ਦੁਨੀਆ ਵਿੱਚ ਰਹਿੰਦਿਆਂ ਕਈ ਯੁੱਗ ਬੀਤ ਚੁੱਕੇ ਹਨ ਤੇ ਇਹਦੀ ਬੁੱਧੀ ਦੇ ਵਿਕਾਸ ਨੇ ਇਹਦੀ ਰਹਿਣੀ ਬਹਿਣੀ ਵਿੱਚ ਨਿਤ ਨਵੀਂ ਤਬਦੀਲੀ ਲਿਆਂਦੀ ਹੈ। ਅਸੀਂ ਆਪਣੀ ਕਹਾਣੀ ਹਜ਼ਾਰਾਂ ਸਾਲ ਪਹਿਲਾਂ ਰਹਿਣ ਵਾਲੇ ਉਹਨਾਂ ਮਨੁੱਖਾਂ ਤੋਂ ਆਰੰਭ ਕਰਦੇ ਹਾਂ ਜਿਹੜੇ ਜੰਗਲਾਂ ਤੇ ਪਹਾੜਾਂ ਦੀਆਂ ਗੁਫਾਵਾਂ ਵਿੱਚ ਰਹਿੰਦੇ ਸਨ। ਇਹਨਾਂ ਨੂੰ ਆਪਣੇ ਤੋਂ ਕਿਧਰੇ ਵੱਧ ਤਾਕਤਵਰ ਜਾਨਵਰਾਂ ਨਾਲ ਟਾਕਰਾ ਕਰਨਾ ਪੈਂਦਾ ਸੀ। ਇਸ ਟਾਕਰੇ ਲਈ ਉਹਨਾਂ ਪਾਸ ਲੱਕੜ ਦੇ ਸੋਟੇ, ਨੋਕਦਾਰ ਤਿੱਖੇ ਡੰਡੇ ਤੇ ਕੱਟਣ ਲਈ ਤਿੱਖੇ ਕੀਤੇ ਹੋਏ ਪੱਥਰਾਂ ਦੇ ਛੋਟੇ-ਮੋਟੇ ਹਥਿਆਰਾਂ ਤੋਂ ਸਿਵਾ ਹੋਰ ਕੁਝ ਨਹੀਂ ਸੀ ਹੁੰਦਾ। ਇਹਨਾਂ ਨਾਲ ਹੀ ਉਹ ਆਪਣਾ ਬਚਾਅ ਕਰਦੇ ਸਨ ਤੇ ਖੁਰਾਕ ਲਈ ਸ਼ਿਕਾਰ ਮਾਰਦੇ ਸਨ। ਇਹਨਾਂ ਸ਼ਿਕਾਰ ਕੀਤੇ ਹੋਏ ਜਾਨਵਰਾਂ ਦੀ ਖੱਲ ਨਾਲ ਉਹ ਆਪਣਾ ਤਨ ਢੱਕ ਲੈਂਦੇ ਸਨ। ਲੱਕੜ ਦੇ ਤਿੱਖੀ ਨੋਕ ਵਾਲੇ ਡੰਡੇ ਨਾਲ ਉਹ ਜ਼ਮੀਨ ਵਿੱਚੋਂ ਜੜ੍ਹਾਂ ਬੂਟੀਆਂ ਆਦਿ ਵੀ ਪੁੱਟਦੇ ਸਨ, ਕਿਉਂਕਿ ਇਹ ਵੀ ਉਹਨਾਂ ਦੀ ਖੁਰਾਕ ਦਾ ਹਿੱਸਾ ਹੁੰਦੀਆਂ ਸਨ। ਇਸ ਡੰਡੇ ਨੂੰ ਉਹ ਪਲੇ ਦੇ ਰੂਪ ਵਿੱਚ ਵਰਤਣ ਲੱਗ ਪਏ। ਇਸ ਨੂੰ ਉਹ ਹੱਥ ਨਾਲ ਜ਼ੋਰ ਦੀ ਨਿਸ਼ਾਨੇ ਤੇ ਸੁੱਟ ਕੇ ਸ਼ਿਕਾਰ ਮਾਰ ਲੈਂਦੇ ਸਨ। ਅਜੇ ਵੀ ਬਹੁਤ ਸਾਰੀਆਂ ਜੰਗਲੀ ਨਸਲਾਂ ਸ਼ਿਕਾਰ ਲਈ ਇਸ ਤਰ੍ਹਾਂ ਦੇ ਭਾਲੇ ਦੀ ਵਰਤੋਂ ਕਰਦੀਆਂ ਹਨ, ਪਰ ਕਮਾਨ ਦੀ ਕਾਢ ਨਾਲ ਮਨੁੱਖ ਨੇ ਆਪਣੀ ਸ਼ਕਤੀ ਵਿੱਚ ਬਹੁਤ ਵਾਧਾ ਕਰ ਲਿਆ। ਹੁਣ ਉਸ ਨੂੰ ਲੰਮੇ ਸਾਰੇ ਭਾਲੇ ਨੂੰ ਹੱਥ ਨਾਲ ਦੂਰ ਤੱਕ ਪਹੁੰਚਾਉਣ ਦੀ ਲੋੜ ਨਹੀਂ ਸੀ। ਉਹਨੇ ਭਾਲੇ ਨੂੰ ਛੋਟਾ ਕਰਕੇ ਤੀਰ ਬਣਾ ਲਿਆ, ਜਿਹੜਾ ਕਮਾਨ ਦੀ ਮਦਦ ਨਾਲ ਸਹਿਲ ਹੀ ਬੜੀ ਦੂਰ ਤੱਕ ਮਾਰ ਕਰ ਸਕਦਾ ਸੀ। ਇਸ ਤਰ੍ਹਾਂ ਉਸ ਦੇ ਹੱਥ ਵਿੱਚ ਇੱਕ ਬੜਾ ਮਹੱਤਵਪੂਰਨ ਸ਼ਸਤਰ ਆ ਗਿਆ, ਜਿਸ ਨੂੰ ਉਹ ਹਜ਼ਾਰਾਂ ਸਾਲਾਂ ਤੱਕ ਕਈ ਰੂਪਾਂ ਵਿੱਚ ਵਰਤਦਾ ਰਿਹਾ। ਪਹਿਲਾਂ ਸਮੇਂ ਵਿੱਚ ਲੋਕਾਂ ਨੂੰ ਅੱਗ ਬਾਲਣੀ ਨਹੀਂ ਸੀ ਆਉਂਦੀ। ਉਹ ਚਮਕ ਪੱਥਰਾਂ ਜਾਂ ਦੋ ਲੱਕੜਾਂ ਨੂੰ ਆਪਸ ਵਿੱਚ ਰਗੜ ਕੇ ਅੱਗ ਬਾਲ ਲੈਂਦੇ ਸਨ ਤੇ ਇਸ ਤਰ੍ਹਾਂ ਉਹ ਆਪਣੇ ਆਪ ਨੂੰ ਨਿੱਘਾ ਰੱਖਦੇ ਤੇ ਆਪਣਾ ਖਾਣਾ ਪਕਾ ਲੈਂਦੇ ਸਨ। ਰਾਤ ਵੇਲੇ ਅੱਗ ਬਾਲ ਕੇ ਜੰਗਲੀ ਜਾਨਵਰਾਂ ਨੂੰ ਵੀ ਦੂਰ ਰੱਖਦੇ ਸਨ, ਕਿਉਂਕਿ ਅੱਗ ਤੋਂ ਸਭ ਜਾਨਵਰ ਡਰਦੇ ਹਨ। ਇਹਨਾਂ ਨੂੰ ਪੁਰਾਣੇ ਪੱਥਰ ਯੁੱਗ ਦੇ ਲੋਕ ਕਹਿੰਦੇ ਹਨ। ਕਈ ਪ੍ਰਾਚੀਨ ਕਾਲ ਦੀਆਂ ਗੁਫਾਵਾਂ ਵਿੱਚ ਇਹਨਾਂ ਦੇ ਪੱਥਰ ਦੇ ਬਣੇ ਹੋਏ ਹਥਿਆਰ ਮਿਲੇ ਹਨ ਤੇ ਉਹਨਾਂ ਦੀਆਂ ਕੰਧਾਂ ਤੇ ਇਹਨਾਂ ਦੇ ਹੱਥਾਂ ਦੇ ਚਿੱਤਰ ਵੀ ਬਣੇ ਹੋਏ ਮਿਲੇ ਹਨ। ਇਹ ਚਿੱਤਰ ਗੁਫਾਵਾਂ ਦੇ ਬੜੇ ਹਨੇਰੇ ਵਾਲੇ ਭਾਗਾਂ ਵਿੱਚ ਬਣੇ ਹੋਏ ਮਿਲਦੇ ਹਨ, ਜਿੱਥੇ ਦੀਵਾ ਬਾਲੇ ਬਿਨਾਂ ਕੁਝ ਵੀ ਨਹੀਂ ਸੀ ਦਿਸਦਾ। ਇਸ ਤੋਂ ਇਹ ਅਨੁਮਾਨ ਲਾਇਆ ਜਾਂਦਾ ਹੈ ਕਿ ਇਹ ਚਿੱਤਰ ਮਨ ਪਰਚਾਵੇ ਲਈ ਨਹੀਂ, ਸਗੋਂ ਜਾਦੂ ਟੂਣੇ ਦੇ ਮਨੋਰਥ ਨਾਲ ਬਣਾਏ ਜਾਂਦੇ ਸਨ। ਲੋਕ ਇਹ ਸਮਝਦੇ ਸਨ ਕਿ ਚਿੱਤਰਕਾਰ ਨੇ ਜਾਨਵਰਾਂ ਦੇ ਚਿੱਤਰ ਖਿੱਚ ਕੇ ਸੱਚਮੁੱਚ ਦੇ ਜਾਨਵਰ ਬਣਾ ਦਿੱਤੇ ਹਨ, ਜਿਸ ਨਾਲ ਸ਼ਿਕਾਰ ਲਈ ਜਾਨਵਰਾਂ ਦੀ ਗਿਣਤੀ ਵਿੱਚ ਵਾਧਾ ਹੋ ਜਾਂਦਾ ਹੈ। ਹੌਲੀ ਹੌਲੀ ਇਸ ਤਰ੍ਹਾਂ ਇੱਕ ਚਿੱਤਰਕਾਰ ਆਪਣੇ ਕਬੀਲੇ ਲਈ ਜਾਦੂਗਰ ਬਣ ਗਿਆ। ਲੋਕਾਂ ਦੇ ਮਨ ਵਿੱਚ ਯਕੀਨ ਬੱਝ ਗਿਆ ਕਿ ਜਿਹੜੇ ਜਾਨਵਰਾਂ ਦੇ ਚਿੱਤਰ ਉਹ ਵਾਹ ਦੇਵੇਗਾ, ਉਹ ਜਾਨਵਰਾਂ ਦੀ ਥੁੜ ਨਹੀਂ ਰਹੇਗੀ। ਚਿੱਤਰਕਾਰ ਵੀ ਆਪਣੇ ਚਿੱਤਰ ਵੱਡੇ ਵੱਡੇ ਆਕਾਰ ਦੇ ਤੇ ਅਜਿਹੀਆਂ ਥਾਵਾਂ ਤੇ ਬਣਾਉਣ ਲੱਗ ਗਿਆ ਜਿੱਥੇ ਉਹ ਛੇਤੀ ਨਾ ਮਿਟ ਸਕਣ, ਤਾਂ ਜੋ ਉਸਦੇ ਜਾਦੂ ਦਾ ਅਸਰ ਚਿਰ ਤੱਕ ਕਾਇਮ ਰਹੇ। ਸੰਸਾਰ ਵਿੱਚ ਪਹਿਲ ਜਾਦੂ ਟੂਣਾ ਕਰਨ ਵਾਲੇ ਇਸ ਤਰ੍ਹਾਂ ਦੇ ਬਣੇ ਤੇ ਇਹਨਾਂ ਤੋਂ ਹੀ ਅੱਗੇ ਕਈ ਹੋਰ ਸੰਪਰਦਾਵਾਂ ਉਤਪੰਨ ਹੋਈਆਂ। ਪਰ ਕਈਆਂ ਗੁਫਾਵਾਂ ਤੋਂ ਕੁਝ ਪੱਥਰ ਦੇ ਅਜਿਹੇ ਹਥਿਆਰ ਮਿਲਦੇ ਹਨ ਜਿਹੜੇ ਇਹਨਾਂ ਹਥਿਆਰਾਂ ਤੋਂ ਜ਼ਿਆਦਾ ਚੰਗੀ ਤਰ੍ਹਾਂ ਬਣੇ ਹੋਏ ਹਨ ਤੇ ਕਈ ਕਿਸਮਾਂ ਦੇ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਹ ਲੋਕ ਆਪਣੇ ਵੱਡੇ ਵਡੇਰਿਆਂ ਤੋਂ ਅੱਗੇ ਵੱਧ ਚੁੱਕੇ ਸਨ। ਇਸ ਸਮੇਂ ਨੂੰ ਨਵਾਂ ਪੱਥਰ ਦਾ ਯੁੱਗ ਕਹਿੰਦੇ ਹਨ। ਇਹ ਯੁੱਗ ਅੱਜ ਤੋਂ ਕੋਈ 10 ਲੱਖ ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਇਸ ਸਮੇਂ ਦੇ ਲੋਕਾਂ ਦੇ ਜੀਵਨ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ। ਸਭ ਤੋਂ ਮਹੱਤਵਪੂਰਨ ਤਬਦੀਲੀਆਂ ਕਿਸਾਨ ਦੇ ਰੂਪ ਵਿੱਚ ਖੇਤੀ ਕਰਨਾ ਸੀ। ਬੀਤ ਗਏ ਸਮੇਂ ਵਿੱਚ ਲੋਕ ਕੇਵਲ ਆਪਣੇ ਉੱਗੇ ਹੋਏ ਫੁੱਲ ਤੇ ਅਨਾਜ ਦੀ ਵਰਤੋਂ ਹੀ ਕਰਦੇ ਸਨ, ਪਰ ਹੁਣ ਉਹ ਉਹਨਾਂ ਵਸਤੂਆਂ ਨੂੰ ਆਪ ਉਗਾਉਣ ਲੱਗ ਪਏ ਸਨ। ਅਸੀਂ ਇਹ ਕਹਿ ਸਕਦੇ ਹਾਂ ਕਿ ਕਿਸਾਨ ਦੇ ਰੂਪ ਵਿੱਚ ਮਨੁੱਖ ਦੀ ਕਹਾਣੀ
ਐਸੇ ਯੁੱਗ ਤੋਂ ਸ਼ੁਰੂ ਹੁੰਦੀ ਹੈ। ਖੁਰਾਕ ਹਾਸਲ ਕਰਨ ਦੇ ਇਸ ਨਵੇਂ ਤਰੀਕੇ ਨੇ ਉਹਨਾਂ ਲੋਕਾਂ ਦੇ ਜੀਵਨ ਨੂੰ ਬਿਲਕੁਲ ਹੀ ਬਦਲ ਦਿੱਤਾ ਜਿੱਥੇ ਉਹ ਪਹਿਲਾਂ ਗੁਫਾਵਾਂ ਤੇ ਜੰਗਲਾਂ ਵਿੱਚ ਪਏ ਫਿਰਦੇ ਸਨ। ਹੁਣ ਉਹਨਾਂ ਨੂੰ ਆਪਣੇ ਖੇਤਾਂ ਦੇ ਦੇਖਭਾਲ ਅਤੇ ਵਾਹੀ ਵਾਢੀ ਕਰਨ ਲਈ ਖੇਤਾਂ ਦੇ ਲਾਗੇ ਹੀ ਰਹਿਣਾ ਪੈਂਦਾ ਸੀ, ਜਿਸ ਦੇ ਕਾਰਨ ਬਹੁਤ ਸਾਰੇ ਪਿੰਡ ਵਸ ਗਏ ਤੇ ਪਿੰਡਾਂ ਦੇ ਰੂਪ ਵਿੱਚ ਰਹਿਣ ਕਰਕੇ ਆਪੋ ਵਿੱਚ ਭਾਈਚਾਰਾ ਤੇ ਲੈਣ ਦੇਣ ਦੇ ਕਾਰਨ ਸਮਾਜਿਕ ਜੀਵਨ ਦੀ ਨੀਂਹ ਬੱਝ ਗਈ। ਦਿਨ ਬ ਦਿਨ ਭੂਮੀ ਦੀ ਲੋੜ ਵਧਣ ਲੱਗ ਪਈ, ਜਿਸ ਦੇ ਕਾਰਨ ਜੰਗਲ ਸਾਫ਼ ਕਰਨੇ ਆਰੰਭ ਕਰ ਦਿੱਤੇ ਗਏ। ਇਸ ਦਾ ਨਤੀਜਾ ਇਹ ਹੋਇਆ ਕਿ ਨਾਲ ਹੀ ਲੱਗਦੇ ਹੋਏ ਹੋਰ ਕਈ ਕੰਮਕਾਰ ਵੀ ਸ਼ੁਰੂ ਹੋ ਗਏ। ਪਸ਼ੂ ਪਾਲਣ ਦਾ ਰਿਵਾਜ ਵੀ ਇਸੇ ਯੁੱਗ ਤੋਂ ਸ਼ੁਰੂ ਹੋਇਆ। ਇਸ ਤੋਂ ਪਹਿਲਾਂ ਜਾਨਵਰਾਂ ਦਾ ਸ਼ਿਕਾਰ ਕੀਤਾ ਜਾਂਦਾ ਸੀ, ਪਰ ਹੁਣ ਜਦੋਂ ਲੋਕ ਪਿੰਡਾਂ ਦੇ ਰੂਪ ਵਿੱਚ ਰਹਿਣ ਲੱਗ ਪਏ, ਉਹਨਾਂ ਲਈ ਸ਼ਿਕਾਰ ਦੇ ਪਿੱਛੇ ਜੰਗਲਾਂ ਵਿੱਚ ਭੱਜੇ ਫਿਰਨਾ ਔਖਾ ਹੋ ਗਿਆ। ਉਹਨਾਂ ਨੂੰ ਘਰ ਪਸ਼ੂ ਰੱਖਣੇ ਆਸਾਨ ਜਾਪੇ, ਜਿਨ੍ਹਾਂ ਤੋਂ ਸਹਿਲ ਹੀ ਨਾ ਕੇਵਲ ਮਾਸ ਹਾਸਲ ਕਰ ਸਕਦੇ ਸਨ, ਬਲਕਿ ਦੁੱਧ ਦਹੀਂ ਵੀ ਉਹਨਾਂ ਨੂੰ ਆਪਣੇ ਆਪ ਹੀ ਮਿਲਣ ਲੱਗ ਪਿਆ। ਇਹਨਾਂ ਪਸ਼ੂਆਂ ਵਿੱਚ ਘੋੜਾ, ਭੇਡ, ਬੱਕਰੀ, ਕੁੱਤਾ ਆਦਿ ਸ਼ਾਮਲ ਸਨ। ਭੇਡਾਂ ਦੀ ਉੱਨ ਨਾਲ ਉਹਨੇ ਕੱਤਣਾ ਤੇ ਬੁਣਨਾ ਆਰੰਭ ਕਰ ਦਿੱਤਾ। ਇਸ ਤਰ੍ਹਾਂ ਇੱਕ ਕੀਮਤੀ ਜਾਇਦਾਦ ਬਣ ਗਈ। ਜਿਨ੍ਹਾਂ ਇਲਾਕਿਆਂ ਵਿੱਚ ਮੀਂਹ ਦੀ ਘੱਟ ਕਾਰਨ ਫਸਲ ਨਹੀਂ ਉਗਾਈ ਜਾ ਸਕਦੀ ਸੀ, ਉੱਥੋਂ ਦੇ ਲੋਕ ਪਸ਼ੂ ਪਾਲਣ ਵੱਲ ਜ਼ਿਆਦਾ ਧਿਆਨ ਦੇਣ ਲੱਗ ਪਏ ਤੇ ਚਾਰੇ ਦੀ ਭਾਲ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਆਉਣ ਜਾਣ ਲੱਗ ਪਏ। ਉਹ ਕਿਸੇ ਇੱਕ ਥਾਂ ਤੇ ਟਿੱਕੇ ਨਹੀਂ ਸਨ ਰਹਿ ਸਕਦੇ। ਇਸ ਤਰ੍ਹਾਂ ਕਈ ਟੱਪਰੀ ਵਾਸ ਕਬੀਲੇ ਹੋਂਦ ਵਿੱਚ 3 ਮਿੰਟ ਹੋ ਗਏ ਆ। ਕਈਆਂ ਸਥਾਨਾਂ ਤੋਂ ਇਸ ਸਮੇਂ ਦੇ ਬਣੇ ਹੋਏ ਭਾਂਡੇ ਮਿਲਦੇ ਹਨ, ਜਿਨ੍ਹਾਂ ਉੱਪਰ ਬਣੇ ਹੋਏ ਰੰਗਦਾਰ ਫੁੱਲ ਬੂਟਿਆਂ ਤੋਂ ਪਤਾ ਲੱਗਦਾ ਹੈ ਕਿ ਉੱਥੋਂ ਦੇ ਵਸਨੀਕਾਂ ਦੀ ਕੋਮਲ ਹੁਨਰਾਂ ਵੱਲ ਵੀ ਰੁਚੀ ਸੀ। ਉਹ ਬਹੁਤ ਲਾਲ, ਪੀਲਾ, ਭੂਰਾ ਤੇ ਬਨਫਸ਼ੀ ਰੰਗ ਦੀਆਂ ਵਰਤੋਂ ਕਰਦੇ ਸਨ। ਖੇਤੀਬਾੜੀ ਤੇ ਪਸ਼ੂ ਪਾਲਣ ਦੇ ਕੰਮਾਂ ਨੇ ਉਸ ਵੇਲੇ ਦੇ ਲੋਕਾਂ ਦੇ ਜੀਵਨ ਨੂੰ ਬਿਲਕੁਲ ਬਦਲ ਦਿੱਤਾ। ਉਹ ਹੁਣ ਟਿਕ ਕੇ ਥਾਂ ਰਹਿਣ ਲੱਗ ਪਏ, ਜਿਸ ਨਾਲ ਉਹਨਾਂ ਨੂੰ ਸੋਚਣ ਵਿਚਾਰਨ ਲਈ ਵੇਲ ਵੀ ਮਿਲ ਜਾਂਦੀ ਸੀ। ਉਹ ਹੁਣ ਨਵੀਆਂ ਵਿਚਾਰਾਂ ਨੂੰ ਅਮਲੀ ਰੂਪ ਦੇਣ ਦਾ ਯਤਨ ਕਰਨ ਲੱਗ ਪਏ। ਇਸ ਤਰ੍ਹਾਂ ਇੱਕ ਦੂਜੇ ਦੇ ਵਿਚਾਰ ਮੂੰਹ ਜ਼ੁਬਾਨੀ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਚੱਲਦੇ ਗਏ। ਉਸ ਸਮੇਂ ਦੇ ਲੋਕਾਂ ਵਿੱਚ ਅਮੀਰ ਗਰੀਬ ਦਾ ਸਵਾਲ ਨਹੀਂ ਸੀ ਹੁੰਦਾ, ਪਰ ਕਾਲ ਪੈ ਜਾਣ ਤੇ ਬਹੁਤ ਸਾਰੇ ਲੋਕ ਮਰ ਜਾਂਦੇ ਸਨ। ਕਾਲ ਪੈ ਜਾਣਾ ਇੱਕ ਬੜਾ ਭਾਰੀ ਕਹਿਰ ਮੰਨਿਆ ਜਾਂਦਾ ਸੀ, ਜਿਸ ਤੋਂ ਬਚਣ ਲਈ ਕੋਈ ਉਪਾਅ ਨਹੀਂ ਸੀ ਕੀਤਾ ਜਾ ਸਕਦਾ। ਕਰੋਪ ਤੋਂ ਬਚਣ ਲਈ ਪਿੰਡ ਦਾ ਜਾਦੂਗਰ ਟੂਣਾ ਕਰਦਾ ਸੀ, ਜਿਸ ਵਿੱਚ ਪਿੰਡ ਦੇ ਲੋਕ ਹਿੱਸਾ ਲੈਂਦੇ ਸਨ। ਇਸ ਟੂਣੇ ਵਿੱਚ ਇੱਕ ਜਵਾਨ ਲੜਕੇ ਜਾਂ ਲੜਕੀ ਦੀ ਬਲੀ ਦਿੱਤੀ ਜਾਂਦੀ ਸੀ, ਜਿਸ ਨੂੰ ਅਨਾਜ ਦਾ ਰਾਜਾ ਕਹਿ ਕੇ ਆਖਦੇ ਸਨ। ਬਲੀ ਦੇਣ ਤੋਂ ਝੱਟ ਹੀ ਬਾਅਦ ਨਵਾਂ ਅਨਾਜ ਦਾ ਰਾਜਾ ਚੁਣਿਆ ਜਾਂਦਾ ਸੀ। ਇਸ ਦਾ ਬੜਾ ਸਤਿਕਾਰ ਕੀਤਾ ਜਾਂਦਾ ਸੀ ਤੇ ਬਲੀ ਦੇਣ ਤੋਂ ਪਹਿਲਾਂ ਉਹਨੂੰ ਪੂਜਿਆ ਜਾਂਦਾ ਸੀ। ਉਹ ਲੋਕਾਂ ਦਾ ਖਿਆਲ ਸੀ ਕਿ ਇਸ ਤਰ੍ਹਾਂ ਬਲੀ ਦੇਣ ਨਾਲ ਫਸਲ ਵਿੱਚ ਵਾਧਾ ਹੁੰਦਾ ਹੈ ਤੇ ਕਾਲ ਪੈਣ ਦਾ ਡਰ ਨਹੀਂ ਰਹਿੰਦਾ। ਐਸੀ ਪੱਥਰ ਯੁੱਗ ਦੀ ਕਹਾਣੀ। ਪਿੰਡਾਂ ਦੀ ਰਚਨਾ। ਜਦੋਂ ਲੋਕ ਪਿੰਡ ਬਣਾ ਕੇ ਰਹਿਣ ਲੱਗ ਪਏ ਤੇ ਖੇਤੀ ਤੇ ਗੁਜ਼ਾਰਾ ਕਰਨ ਲੱਗ ਪਏ, ਉਹਨਾਂ ਨੇ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਕਈ ਨਵੀਆਂ ਕਾਢਾਂ ਕੱਢੀਆਂ। ਇਸ ਸਮੇਂ ਦੀ ਵੱਡੀ ਕਾਢ ਪਹੀਆ ਸੀ। ਹੁਣ ਉਹਨਾਂ ਕੋਲ ਪਹੀਏ ਵਾਲੀਆਂ ਗੱਡੀਆਂ ਸਨ, ਜਿਨ੍ਹਾਂ ਅੱਗੇ ਉਹ ਬੈਲਾਂ ਨੂੰ ਜੋਤਦੇ ਸਨ। ਦਰਿਆਵਾਂ ਤੇ ਸਾਗਰਾਂ ਰਾਹੀਂ ਆਵਾਜਾਈ ਲਈ ਉਹਨਾਂ ਨੇ ਕਿਸ਼ਤੀਆਂ ਵੀ ਬਣਾ ਲਈਆਂ ਸਨ। ਇੱਕ ਖਾਸ ਕਿਸਮ ਦੇ ਪੱਥਰ ਨੂੰ ਬਹੁਤ ਗਰਮ ਕਰਕੇ ਉਹਨਾਂ ਵੇਖਿਆ ਕਿ ਉਹ ਪਾਣੀ ਵਾਂਗ ਪੰਘਰ ਜਾਂਦਾ ਹੈ। ਪਹਿਲਾਂ ਤਾਂ ਉਹਨਾਂ ਨੂੰ ਇਹ ਕੋਈ ਜਾਦੂ ਜਿਹਾ ਲੱਗਾ, ਪਰ ਬਾਅਦ ਵਿੱਚ ਉਹਨਾਂ ਵੇਖਿਆ ਕਿ ਉਸ ਤੋਂ ਉਹ ਬਹੁਤ ਲਾਭ ਉਠਾ ਸਕਦੇ ਹਨ। ਉਹਨਾਂ ਨੇ ਉਸ ਤੋਂ ਕੁਹਾੜੇ, ਹਲਾਂ ਦੇ ਫਾਲੇ ਤੇ ਹੋਰ ਹਥਿਆਰ ਬਣਾ ਲਏ। ਇਹ ਹਥਿਆਰ ਪੱਥਰ ਦੇ ਹਥਿਆਰਾਂ ਤੋਂ ਜ਼ਿਆਦਾ ਮਜ਼ਬੂਤ ਸਨ। ਕੁਝ ਸਮੇਂ ਪਿੱਛੋਂ ਤਾਂਬੇ ਅਤੇ ਟੀਨ ਨੂੰ ਮਿਲਾ ਕੇ ਉਹਨਾਂ ਕੈਨ ਦੀ ਧਾਤ ਬਣਾ ਲਈ, ਜਿਸ ਦੀ ਵਰਤੋਂ ਕਾਰਨ ਇਸ ਸਮੇਂ ਕੈਨ ਦਾ ਯੁੱਗ ਆਖਦੇ ਹਨ। ਲੋਕਾਂ ਨੂੰ ਸੋਨੇ ਚਾਂਦੀ ਬਾਰੇ ਵੀ ਥੋੜ੍ਹਾ ਬਹੁਤਾ ਪਤਾ ਸੀ। ਇਹ ਸਮਾਂ ਅੱਜ ਤੋਂ 6000 ਜਾਂ 7000 ਸਾਲ ਪਹਿਲੋਂ ਹੋਇਆ ਹੈ। ਸਮੇਂ ਦੇ ਨਾਲ ਨਾਲ ਪਿੰਡਾਂ ਦੀ ਗਿਣਤੀ ਅਤੇ ਵਸੋਂ ਵੱਧਦੀ ਗਈ। ਜਿੱਥੇ ਬਹੁਤ ਸਾਰੇ ਲੋਕ ਇਕੱਠੇ ਹੋ ਜਾਣ, ਉੱਥੇ ਝਗੜਾ ਹੋ ਜਾਣਾ ਮਾਮੂਲੀ ਗੱਲ ਹੈ। ਇਸ ਲਈ ਅਮਨ ਰੱਖਣ ਲਈ ਤੇ ਹੋਰ ਕਾਰ ਵਿਹਾਰ ਦੇ ਪ੍ਰਬੰਧ ਲਈ ਸਰਕਾਰ ਸਥਾਪਿਤ ਕੀਤੀ ਗਈ, ਜਿਸ ਦੇ ਅਧੀਨ ਫੌਜ ਅਤੇ ਪੁਲਿਸ ਰੱਖ ਲਈ ਗਈ। ਪਿੰਡਾਂ ਦੇ ਸਰਦਾਰਾਂ ਨੂੰ ਰਾਜੇ ਆਖਣ ਲੱਗ ਪਏ। ਇਸ ਤਰ੍ਹਾਂ ਰਾਜਿਆਂ ਦੀ ਪਦਵੀ ਆਰੰਭ ਹੋਈ। ਇਹਨਾਂ ਰਾਜਿਆਂ ਦਾ ਵੱਡਾ ਕੰਮ ਇਹ ਹੁੰਦਾ ਸੀ ਕਿ ਪਿੰਡ ਦੇ ਰੁੱਖ ਥੱਲੇ ਬੈਠ ਕੇ ਸ਼ਿਕਾਰ ਕੀਤੇ ਹੋਏ ਜਾਨਵਰਾਂ ਨੂੰ ਵੰਡਣ, ਜਾਂ ਜਿਨ੍ਹਾਂ ਦੇ ਚੁੱਲ੍ਹਿਆਂ ਵਿੱਚੋਂ ਅੱਗ ਬੁਝ ਗਈ ਹੋਵੇ ਉਹਨਾਂ ਨੂੰ ਅੱਗ ਵੰਡਣਾ। ਪਰ ਜੇ ਕੋਈ ਕੀਮਤੀ ਚੀਜ਼ ਪੇਸ਼ ਕਰਦਾ ਤਾਂ ਉਹ ਰਾਜਾ ਸਾਹਿਬ ਆਪਣੇ ਪਾਸ ਹੀ ਰੱਖ ਲੈਂਦੇ। ਉਹਦੇ ਰਾਜ ਵਿੱਚ ਜਿੰਨੀਆਂ ਵਧੀਆ ਚੀਜ਼ਾਂ ਬਣਦੀਆਂ, ਜਿਸ ਤਰ੍ਹਾਂ ਸੋਨੇ ਦੇ ਗਹਿਣੇ, ਫੁੱਲਾਂ ਦਾ ਅਤਰ, ਹੀਰੇ ਆਦਿ, ਸਭ ਰਾਜੇ ਦੀ ਭੇਟਾ ਹੁੰਦੇ ਸਨ। ਅਜਿਹੀਆਂ ਚੀਜ਼ਾਂ ਹਰ ਇੱਕ ਲਈ ਬਾਜ਼ਾਰ ਵਿੱਚ ਨਹੀਂ ਵਿਕਦੀਆਂ ਸਨ। ਜਦੋਂ ਫੌਜ ਵਿੱਚ ਘੋੜੇ ਤੇ ਰੱਥਾਂ ਦੀ ਵਰਤੋਂ ਸ਼ੁਰੂ ਹੋਈ ਤਾਂ ਇੱਕ ਥਾਂ ਦਾ ਰਾਜਾ ਆਪਣੇ ਇਲਾਕੇ ਨੂੰ ਵਧਾਉਣ ਲਈ ਆਲੇ ਦੁਆਲੇ ਦੇ ਇਲਾਕੇ ਤੇ ਚੜ੍ਹਾਈ ਕਰ ਦਿੰਦਾ। ਇਸ ਸਮੇਂ ਦੇ ਲੋਕ ਪੜ੍ਹ ਲਿਖ ਸਕਦੇ ਸਨ, ਪਰ ਆਮ ਲੋਕਾਂ ਵਿੱਚ ਪੜ੍ਹਾਈ ਲਿਖਾਈ ਦਾ ਪ੍ਰਚਾਰ ਨਹੀਂ ਸੀ। ਸਿਰਫ ਲਿਖਣ ਦਾ ਕੰਮ ਕਰਨ ਦੇ ਮਨੋਰਥ ਨਾਲ ਹੀ ਕੁਝ ਕੁ ਲੋਕ
ਇੱਧਰ ਥੋੜ੍ਹਾ ਬਹੁਤ ਧਿਆਨ ਦਿੰਦੇ ਸਨ। ਸਿੰਧ ਘਾਟੀ ਦੀ ਸੱਭਿਅਤਾ। ਇੱਥੇ ਲੋਕਾਂ ਦੀ ਸੰਘਣੀ ਵਸੋਂ ਆਮ ਤੌਰ 'ਤੇ ਦਰਿਆਵਾਂ ਦੇ ਕੰਢਿਆਂ 'ਤੇ ਹੁੰਦੀ ਸੀ, ਕਿਉਂਕਿ ਇੱਥੇ ਜ਼ਿੰਦਗੀ ਦੀਆਂ ਮੁੱਢਲੀਆਂ ਲੋੜਾਂ ਪਾਣੀ ਅਤੇ ਅਨਾਜ ਸਹਿਲ ਹੀ ਪੂਰੀਆਂ ਹੋ ਜਾਂਦੀਆਂ ਸਨ। ਸਾਨੂੰ ਦਰਿਆਵਾਂ ਦੀਆਂ ਵਾਦੀਆਂ ਵਿੱਚ ਹੋਣ ਵਾਲੀਆਂ 3 ਵੱਡੀਆਂ ਸੱਭਿਅਤਾਵਾਂ ਦਾ ਪਤਾ ਹੈ। ਉਹਨਾਂ ਦੇ ਖੰਡਰਾਂ ਤੋਂ ਅਨੁਮਾਨ ਲਾਇਆ ਜਾਂਦਾ ਹੈ ਕਿ ਉਹ ਅੱਜ ਤੋਂ ਲਗਭਗ 5000 ਸਾਲ ਪੁਰਾਣੀਆਂ ਤੇ ਇੱਕ ਦੂਜੇ ਦੀਆਂ ਸਮਕਾਲੀ ਸਨ। ਇੱਕ ਸੱਭਿਅਤਾ ਸਿੰਧ ਨਦੀ ਨਾਲ ਸੰਬੰਧ ਰੱਖਦੀ ਸੀ। ਇਹਦੇ ਵੱਡੇ ਨਗਰ ਮੋਹਨਜੋਦਾੜੋ ਤੇ ਹੜੱਪਾ ਸਨ। ਦੂਜੀ ਸੱਭਿਅਤਾ ਮਿਸਰ ਦੇਸ਼ ਵਿੱਚ ਨੀਲ ਨਦੀ ਦੇ ਕਿਨਾਰੇ 'ਤੇ ਪ੍ਰਫੁੱਲਤ ਹੋਈ ਅਤੇ ਇਸ ਦੇ ਨਗਰ ਮੈਂਫਸ ਤੇ ਥੀਬਜ਼ਨ ਸਨ। ਤੀਜੀ ਸੱਭਿਅਤਾ ਇਰਾਕ ਦੇਸ਼ ਵਿੱਚ 2 ਦਰਿਆਵਾਂ ਦਜਲਾ ਤੇ ਫਰਾਤ ਦੀ ਵਾਦੀ ਵਿੱਚ ਪੁੰਗਰੀ। ਇਸ ਦੇ ਵੱਡੇ ਨਗਰ ਬੇਬੀਲੋਨ, ਉਰ ਤੇ ਨਿਨੇਵੇ ਸਨ। ਅਸੀਂ ਹੁਣ ਪੜ੍ਹਦੇ ਹਾਂ ਕਿ ਇਹਨਾਂ ਸੱਭਿਅਤਾ ਵਿੱਚ ਮਨੁੱਖੀ ਜੀਵਨ ਕਿਸ ਪ੍ਰਕਾਰ ਦਾ ਸੀ। ਨੀਲ ਘਾਟੀ ਦੀ ਸੱਭਿਅਤਾ। ਮਿਸਰ ਦੇਸ਼ ਵਿੱਚ ਨੀਲ ਨਦੀ ਦੇ ਕੰਢੇ ਦੇ ਨਾਲ ਵਸੇ ਹੋਏ ਲੋਕਾਂ ਦੀ ਸੱਭਿਅਤਾ ਨੂੰ ਨੀਲ ਘਾਟੀ ਦੀ ਸੱਭਿਅਤਾ ਕਹਿੰਦੇ ਹਨ। ਇਹ ਸੱਭਿਅਤਾ ਸਾਡੇ ਲਈ ਬੜੀ ਦਿਲਚਸਪੀ ਰੱਖਦੀ ਹੈ, ਕਿਉਂਕਿ ਇਸ ਵੇਲੇ ਦੇ ਬਣੇ ਹੋਏ ਨੋਕਦਾਰ ਮੀਨਾਰ, ਜਿਨ੍ਹਾਂ ਨੂੰ ਅੰਗਰੇਜ਼ੀ ਵਿੱਚ ਪਿਰਾਮਿਡ ਕਹਿੰਦੇ ਹਨ, ਦੁਨੀਆ ਦੇ 7 ਵੱਡੇ ਅਜੂਬਿਆਂ ਵਿੱਚੋਂ ਮੰਨੇ ਜਾਂਦੇ ਹਨ। ਸਾਰਿਆਂ ਤੋਂ ਵੱਡਾ ਪਿਰਾਮਿਡ 450 ਫੁੱਟ ਉੱਚਾ ਹੈ ਤੇ ਉਹਦੇ ਪੱਥਰਾਂ ਦਾ ਭਾਰ 48 ਲੱਖ ਤੇ 8300 ਟਨ ਹੈ। ਇਹ ਪਿਰਾਮਿਡ ਮਿਸਰ ਦੇ ਬਾਦਸ਼ਾਹਾਂ ਦੀਆਂ ਕਬਰਾਂ ਹਨ, ਜਿਨ੍ਹਾਂ ਨੂੰ ਉਹ ਆਪਣੇ ਜਿਉਂਦੇ ਜੀ ਉਸਾਰ ਲੈਂਦੇ ਸਨ। ਇਹਨਾਂ ਨੂੰ ਬਣਾਉਣ ਵਿੱਚ ਹਜ਼ਾਰਾਂ ਹੀ ਗੁਲਾਮ ਕੰਮ ਕਰਦੇ ਸਨ ਤੇ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਸਨ। ਇਹਨਾਂ ਦੇ ਆਲੇ ਦੁਆਲੇ ਦੂਰ ਤੱਕ ਮਾਰੂਥਲ ਫੈਲਿਆ ਹੋਇਆ ਹੈ। ਇਹ ਕਿੱਡੀ ਹੈਰਾਨੀ ਦੀ ਗੱਲ ਹੈ ਕਿ ਲੱਖਾਂ ਕਰੋੜਾਂ ਮਣ ਦਾ ਪੱਥਰ ਨੀਲ ਨਦੀ ਰਾਹੀਂ ਕਿਸ਼ਤੀਆਂ ਵਿੱਚ ਰੱਖ ਕੇ ਕਿਵੇਂ ਢੋਇਆ ਗਿਆ ਹੋਣਾ ਹੈ। ਇੱਥੋਂ ਦੇ ਕਾਰੀਗਰ ਕਈਆਂ ਸ਼ਿਲਪਾਂ ਵਿੱਚ ਨਿਪੁੰਨ ਸਨ। ਉਹ ਸੋਨਾ, ਚਾਂਦੀ, ਤਾਂਬਾ ਆਦਿ ਧਾਤਾਂ ਤੋਂ ਅਨੇਕ ਚੀਜ਼ਾਂ ਬਣਾਉਂਦੇ ਸਨ। ਹਾਥੀ ਦੰਦ, ਲੱਕੜ ਅਤੇ ਪੱਥਰ ਦੇ ਕੰਮ ਵਿੱਚ ਬੜੀ ਮੁਹਾਰਤ ਰੱਖਦੇ ਸਨ। ਇਹ ਲੋਕ ਦੇਵੀ ਦੇਵਤਿਆਂ ਨੂੰ ਪੂਜਦੇ ਸਨ। ਉਹਨਾਂ ਨੇ ਦੇਵੀ ਦੇਵਤਿਆਂ ਲਈ ਵੱਡੇ ਮੰਦਰ ਉਸਾਰੇ ਹੋਏ ਸਨ, ਜਿਨ੍ਹਾਂ ਦੇ ਪੁਜਾਰੀ ਸਮਾਜ ਵਿੱਚ ਬੜਾ ਮਹੱਤਵਪੂਰਨ ਸਥਾਨ ਰੱਖਦੇ ਸਨ। ਪੁਜਾਰੀ ਬਾਦਸ਼ਾਹ ਦੇ ਵੱਡੇ ਸਲਾਹਕਾਰ ਵੀ ਹੁੰਦੇ ਸਨ। ਬਾਦਸ਼ਾਹ ਪੂਜਾ ਲਈ ਆਪ ਮੰਦਰ ਵਿੱਚ ਜਾਂਦਾ ਸੀ ਤੇ ਪੁਜਾਰੀ ਉਹਦੇ ਸਾਹਮਣੇ ਉਹਦੇ ਰਾਜ ਦੀ ਖੁਸ਼ਹਾਲੀ ਲਈ ਅਰਦਾਸ ਕਰਦਾ ਸੀ। ਇਹਨਾਂ ਦੇਵੀ ਦੇਵਤਿਆਂ ਦੇ ਧੜ ਤਾਂ ਮਨੁੱਖੀ ਰੂਪ ਦੇ ਸਨ, ਪਰ ਸ਼ਕਲ ਜਾਨਵਰਾਂ ਵਰਗੀਆਂ ਸਨ। ਇਹਨਾਂ ਦਾ ਵੱਡਾ ਦੇਵਤਾ, ਜਿਸ ਨੂੰ ਉਹ ਰਾਮ ਸੱਦਦੇ ਸਨ, ਸ਼ਾਹਬਾਜ਼ ਦੀ ਸ਼ਕਲ ਦਾ ਸੀ। ਦੇਵੀ ਆਈਸਿਸ ਦੀ ਸ਼ਕਲ ਸਾਰਸ ਵਰਗੀ ਸੀ। ਇਸ ਤਰ੍ਹਾਂ ਹੋਰ ਕਈ ਦੇਵਤੇ ਸਨ। ਪੂਜਾ ਵਿੱਚ ਬਿੱਲੀ ਦਾ ਬੜਾ ਉੱਤਮ ਸਥਾਨ ਸੀ। ਬਿੱਲੀ ਦੀ ਬੇਅਦਬੀ ਕਰਨ ਦੀ ਸਜ਼ਾ ਮੌਤ ਸੀ। ਇਹਨਾਂ ਲੋਕਾਂ ਨੂੰ ਪੜ੍ਹਨਾ ਲਿਖਣਾ ਆਉਂਦਾ ਸੀ ਤੇ ਇਹਨਾਂ ਦੀ ਲਿਖਤ ਚਿੱਤਰ ਦੇ ਰੂਪ ਵਿੱਚ ਹੁੰਦੀ ਸੀ। ਲਿਖਣ ਲਈ ਇੱਕ ਖਾਸ ਕਿਸਮ ਦੇ ਕਾਗਜ਼ ਵਰਤਦੇ ਸਨ, ਜਿਨ੍ਹਾਂ ਨੂੰ ਨੀਲ ਦਰਿਆ ਵਿੱਚ ਉੱਗਣ ਵਾਲੇ ਕਾਨਿਆਂ ਤੋਂ ਬਣਾਇਆ ਜਾਂਦਾ ਸੀ। ਇਸ ਕਾਗਜ਼ ਨੂੰ ਉਹ ਪੈਪੇਰਾਇਸ ਆਖਦੇ ਸਨ। ਲਿਖਣ ਦਾ ਕੰਮ ਆਮ ਤੌਰ 'ਤੇ ਪੁਜਾਰੀ ਕਰਦੇ ਸਨ। ਇਸ ਲਈ ਇਹਨਾਂ ਦੀ ਲਿਪੀ ਨੂੰ ਹੈਰੋਗਲਿਫਸ ਕਹਿੰਦੇ ਸਨ, ਜਿਸ ਦਾ ਅਰਥ ਹੈ ਉਕਰੀ ਹੋਈ ਪਵਿੱਤਰ ਲਿਖਾਈ। ਇਹਨਾਂ ਲੋਕਾਂ ਦਾ ਆਮ ਕਿੱਤਾ ਖੇਤੀ ਕਰਨਾ ਤੇ ਪਸ਼ੂ ਪਾਲਣਾ ਸੀ। ਇਹ ਆਪਣੇ ਬਾਦਸ਼ਾਹ ਨੂੰ, ਜਿਸ ਨੂੰ ਉਹ ਫੈਰੋ ਆਖਦੇ ਸਨ, ਰੱਬ ਦਾ ਰੂਪ ਮੰਨਦੇ ਸਨ। ਇਹ ਬਾਦਸ਼ਾਹ ਬੜੀ ਸੱਜ ਧੱਜ ਨਾਲ ਰਹਿੰਦੇ ਸਨ ਤੇ ਕਿਹਾ ਜਾਂਦਾ ਹੈ ਕਿ ਉਹਨਾਂ ਵਰਗੀ ਸ਼ਾਨ ਨਾਲ ਸ਼ਾਇਦ ਹੀ ਕੋਈ ਹੋਰ ਸਮਰਾਟ ਰਿਹਾ ਹੋਵੇ। ਇਹਨਾਂ ਪਾਸ ਬੜੀ ਸ਼ਕਤੀਸ਼ਾਲੀ ਫੌਜ ਹੁੰਦੀ ਸੀ, ਜਿਸ ਵਿੱਚ ਰੱਥ ਇੱਕ ਮਹੱਤਵਪੂਰਨ ਸਥਾਨ ਰੱਖਦੇ ਸਨ। ਬਾਦਸ਼ਾਹ ਆਪਣੀ ਤਾਜਪੋਸ਼ੀ ਦੀ ਰਸਮ ਹਰ ਸਾਲ ਮਨਾਉਂਦਾ ਸੀ ਅਤੇ ਇਹ ਵਾਦੀ ਦੇ ਆਰੰਭ ਵਿੱਚ ਹੁੰਦੀ ਸੀ। ਬਾਦਸ਼ਾਹ ਆਪਣੀ ਸ਼ਾਹੀ ਪਾਲਕੀ ਤੇ ਚੜ੍ਹ ਕੇ ਖੇਤਾਂ ਨੂੰ ਜਾਂਦਾ ਸੀ, ਜਿਸ ਨੂੰ 12 ਆਦਮੀ ਚੁੱਕਦੇ ਸਨ। ਕਦੇ ਚੋਰ, ਬਰਦਾਰ ਅਤੇ ਅਤਰ ਛਿੜਕਣ ਵਾਲੇ ਨਾਲ ਹੁੰਦੇ ਸਨ। ਉਹਦੇ ਸਾਹਮਣੇ ਪਾਸਿਆਂ ਇੱਕ ਹੋਰ ਪਾਲਕੀ ਆਉਂਦੀ ਹੁੰਦੀ ਸੀ, ਜਿਸ ਵਿੱਚ ਪਤਾ ਦੇ ਦੇਵਤੇ ਹੁੰਦੇ ਸਨ। ਮਿੰਨ ਦੀ ਮੂਰਤੀ ਹੁੰਦੀ ਸੀ। ਜਦੋਂ ਇਹ ਦੋਵੇਂ ਪਾਲਕੀਆਂ ਆਪਸ ਵਿੱਚ ਮਿਲਦੀਆਂ ਸਨ ਤਾਂ ਪੁਜਾਰੀ 4 ਜੰਗਲੀ ਹੰਸ ਉਡਾਉਂਦੇ ਸਨ। ਉਹ ਚਾਰਾਂ ਦਿਸ਼ਾ ਵਿੱਚ ਇੱਕ ਖੁਸ਼ਖਬਰੀ ਫੈਲਾਉਣ ਕਿ ਬਾਦਸ਼ਾਹ ਨੇ ਆਪਣੇ ਪਿਤਾ ਦਾ ਲਾਲ ਅਤੇ ਚਿੱਟਾ ਤਾਜ ਪਹਿਨ ਲਿਆ ਹੈ। ਫਿਰ ਬਾਦਸ਼ਾਹ ਥੱਲੇ ਉਤਰ ਕੇ ਸੁਨਹਿਰੀ ਦਾਤਰੀ ਨਾਲ ਪੱਕੀ ਹੋਈ ਫਸਲ ਦੀ ਇੱਕ ਭਰੀ ਕੱਟ ਕੇ ਇੱਕ ਚਿੱਟੇ ਦੁੱਧ ਬੌਲ ਵਿੱਚ ਅੱਗੇ ਪਾ ਦਿੰਦਾ ਸੀ। ਇਹਨਾਂ ਲੋਕਾਂ ਦਾ ਖਿਆਲ ਸੀ ਕਿ ਮੌਤ ਤੋਂ ਬਾਅਦ ਕਈ ਸਦੀਆਂ ਪਿੱਛੋਂ ਮਨੁੱਖ ਫੇਰ ਜੀ ਪੈਂਦਾ ਹੈ। ਇਸ ਲਈ ਉਹਦੇ ਮਰਨ ਤੋਂ ਬਾਅਦ ਉਹਦੇ ਮ੍ਰਿਤਕ ਸਰੀਰ ਨੂੰ ਕਈ ਦਿਨ ਮਸਾਲਿਆਂ ਵਿੱਚ ਰਿੰਨ੍ਹਿਆ ਜਾਂਦਾ ਸੀ ਤੇ ਬੜੀ ਕੀਮਤੀ ਪੁਸ਼ਾਕ ਵਿੱਚ ਵਲੇਟ ਦਿੱਤਾ ਜਾਂਦਾ ਸੀ, ਜਿਸ ਨੂੰ ਮੰਮੀ ਆਖਦੇ ਸਨ। ਫਿਰ ਪਹਿਨਣ ਨੂੰ ਹੀਰੇ ਜਵਾਹਰਾਤ ਤੇ ਉਹਦੇ ਖਾਣ ਪੀਣ ਦਾ ਸਾਰਾ ਸਮਾਨ ਨਾਲ ਹੀ ਰੱਖ ਦਿੱਤਾ ਜਾਂਦਾ ਸੀ ਤੇ ਕੁਝ ਜਿਉਂਦੇ ਜਾਗਦੇ ਨੌਕਰ ਚਾਕਰ ਵੀ ਨਾਲ ਹੀ ਉਹਦੀ ਕਬਰ ਵਿੱਚ ਬੰਦ ਕਰ ਦਿੱਤੇ ਜਾਂਦੇ ਸਨ, ਤਾਂ ਜੋ ਜਦ ਉਹ ਕਿਆਮਤ ਵਾਲੇ ਦਿਨ ਉੱਠੇਗਾ ਤਾਂ ਉਹਨੂੰ ਕਿਸੇ ਚੀਜ਼ ਦੀ ਥੁੜ ਨਾ ਰਹੇ। ਇਹਨਾਂ ਕਬਰਾਂ ਨੂੰ ਪਿਰਾਮਿਡ ਕਹਿੰਦੇ ਸਨ। ਥੋੜਾ ਸਮਾਂ ਹੋਇਆ, ਮਿਸਰ ਦੇ ਡਾਕੂਆਂ ਨੇ ਅੰਦਰ ਸੁਰੰਗਾਂ ਪੁੱਟ ਕੇ ਸਾਰਾ ਇੱਥੋਂ ਧਨ ਕੱਢ ਲਿਆ ਹੈ।
ਇਹਨਾਂ ਰਾਜਿਆਂ ਦੀਆਂ ਮੰਮੀਆਂ ਹਾਲੀ ਵੀ ਇੰਗਲੈਂਡ ਦੇ ਅਜਾਇਬ ਘਰਾਂ ਵਿੱਚ ਦਰਸ਼ਕਾਂ ਦੇ ਵੇਖਣ ਲਈ ਰੱਖੀਆਂ ਹੋਈਆਂ ਹਨ। ਦਜਲਾ ਅਤੇ ਫਰਾਤ ਦੀ ਵਾਦੀ ਦੀ ਸੱਭਿਅਤਾ। ਪੁਰਾਣੇ ਸਮੇਂ ਦਜਲਾ ਤੇ ਫਰਾਤ ਦੀ ਵਾਦੀ ਨੂੰ ਸੁਮੇਰ ਸਨ। ਇੱਥੋਂ ਦੇ ਵਸਨੀਕਾਂ ਦੇ ਵੱਡੇ ਵਡੇਰੇ ਪਿੱਛੋਂ ਕਿਸੇ ਹੋਰ ਇਲਾਕੇ ਤੋਂ ਆਏ ਸਨ, ਜਿੱਥੋਂ ਸੋਨਾ, ਚਾਂਦੀ, ਕਹਿ ਆਦਿਆਂ ਧਾਤਾਂ ਨਾਲ ਹੀ ਲਿਆਏ ਸਨ, ਕਿਉਂਕਿ ਸੁਮੇਰ ਵਿੱਚ ਇਹ ਚੀਜ਼ਾਂ ਨਹੀਂ ਮਿਲਦੀਆਂ ਸਨ। ਸੁਮੇਰ ਦੇ ਲੋਕਾਂ ਨੇ ਬਹੁਤ ਸਾਰੇ ਨਗਰ ਵਸਾਏ। ਇਹ ਦੇਵੀ ਦੇਵਤਿਆਂ ਨੂੰ ਪੂਜਦੇ ਸਨ। ਹਰ ਇੱਕ ਨਗਰ ਵਿੱਚ ਸਭ ਤੋਂ ਵੱਡੀ ਇਮਾਰਤ ਮੰਦਰ ਦੀ ਹੁੰਦੀ ਸੀ। ਬਾਕੀ ਨਗਰ ਉਹਦੇ ਆਲੇ ਦੁਆਲੇ ਫੈਲਿਆ ਹੁੰਦਾ ਸੀ। ਹਰ ਰੋਜ਼ ਲੋਕ ਚੜਾਵਾ ਲੈ ਕੇ ਮੰਦਰ ਨੂੰ ਆਉਂਦੇ ਸਨ। ਪੁਜਾਰੀ ਚੜਾਵਾ ਲੈ ਕੇ ਚੜਾਵਾ ਦੇਣ ਵਾਲੇ ਦਾ ਨਾਂ ਗਿੱਲੀ ਮਿੱਟੀ ਦੀ ਇੱਕ ਤਖਤੀ ਤੇ ਲਿਖ ਦਿੰਦੇ ਸਨ, ਜਿਸ ਨੂੰ ਬਾਅਦ ਵਿੱਚ ਆਵੇ ਵਿੱਚ ਪਕਾ ਲਿਆ ਜਾਂਦਾ ਸੀ। ਇਹ ਸਾਰਾ ਚੜਾਵਾ ਪੁਜਾਰੀ ਇੱਕ ਥਾਂ ਇਕੱਠਾ ਕਰ ਲੈਂਦੇ ਸਨ। ਜਦੋਂ ਲੋਕਾਂ ਨੂੰ ਲੋੜ ਪੈਂਦੀ, ਉਹ ਮੰਦਰ ਵਿੱਚ ਆ ਕੇ ਦੇਵਤੇ ਦੀ ਮਦਦ ਮੰਗਦੇ ਸਨ। ਪੁਜਾਰੀ ਉਹਨਾਂ ਨੂੰ ਉਸ ਇਕੱਠੇ ਕੀਤੇ ਹੋਏ ਚੜਾਵੇ ਵਿੱਚੋਂ ਸਹਾਇਤਾ ਦੇ ਦਿੰਦੇ ਸਨ ਤੇ ਉਹਨਾਂ ਪਾਸੋਂ ਵਿਆਜ ਲੈ ਲੈਂਦੇ ਸਨ। ਇਸ ਤਰ੍ਹਾਂ ਇਹ ਮੰਦਰ ਇੱਕ ਕਿਸਮ ਦੇ ਬੈਂਕ ਬਣ ਗਏ। ਇਹਨਾਂ ਲੋਕਾਂ ਦੀ ਲਿਪੀ ਨੀਲ ਨਦੀ ਦੇ ਵਸਨੀਕਾਂ ਤੋਂ ਵੱਖਰੀ ਸੀ। ਇਹਨਾਂ ਦੀ ਲਿਪੀ ਨੂੰ ਕਿਊਨੀਫਾਰਮ ਆਖਦੇ ਸਨ ਤੇ ਤਿੱਖੀਆਂ ਜਿਹੀਆਂ ਛੋਟੀਆਂ-ਛੋਟੀਆਂ ਲੀਕਾਂ ਦੇ ਰੂਪ ਵਿੱਚ ਹੁੰਦੀ ਸੀ। ਹਰ ਇੱਕ ਨਗਰ ਆਪਣਾ ਪ੍ਰਬੰਧ ਆਪੋ ਆਪਣੇ ਢੰਗ ਨਾਲ ਕਰਦਾ ਸੀ। ਭਾਵੇਂ ਉਹ ਸਾਰੇ ਇੱਕੋ ਬੋਲੀ ਬੋਲਦੇ ਸਨ ਤੇ ਕੰਮਕਾਰ ਵੀ ਸਾਂਝੇ ਹੁੰਦੇ ਸਨ, ਪਰ ਉਹਨਾਂ ਦੀ ਕੋਈ ਕੇਂਦਰੀ ਸਰਕਾਰ ਨਹੀਂ ਸੀ। ਇਸ ਤਰ੍ਹਾਂ ਹਰ ਇੱਕ ਨਗਰ ਛੋਟਾ ਜਿਹਾ ਆਜ਼ਾਦ ਰਾਜ ਸੀ। ਇਹ ਇੱਕ ਦੂਜੇ ਨਾਲ ਈਰਖਾ ਕਰਦੇ ਸਨ ਤੇ ਜੇ ਇੱਕ ਨਗਰ ਦੂਜੇ ਤੋਂ ਅਮੀਰ ਹੋ ਜਾਂਦਾ ਤੇ ਅਗਾਂਹ ਵੱਧ ਜਾਂਦਾ ਤਾਂ ਦੂਜੇ ਉਹਦੇ ਤੇ ਹਮਲਾ ਕਰ ਦਿੰਦੇ ਸਨ। ਇਸੇ ਤਰ੍ਹਾਂ ਉਹਨਾਂ ਦੇ ਦੇਵਤਿਆਂ ਦੀ ਵੀ ਇੱਕ ਦੂਜੇ ਨਾਲ ਖਾਰ ਰਹਿੰਦੀ ਸੀ। ਲਗਭਗ 5000 ਸਾਲ ਹੋਏ ਸਾਰਗੋਨ ਨਾਂ ਦੇ ਬਾਦਸ਼ਾਹ ਨੇ, ਜੋ ਅੱਕੜ ਨਗਰ ਵਿੱਚ ਰਾਜ ਕਰਦਾ ਸੀ, ਪਹਿਲੀ ਵਾਰ ਇਹਨਾਂ ਸਾਰਿਆਂ ਝਗੜਾਲੂ ਨਗਰਾਂ ਨੂੰ ਕਾਬੂ ਕਰਕੇ ਇੱਕ ਰਾਜ ਸਥਾਪਿਤ ਕੀਤਾ। ਇਸ ਤੋਂ ਪਿੱਛੋਂ ਇੱਥੇ ਬਹੁਤ ਸਾਰੇ ਸਾਮਰਾਜ ਕਾਇਮ ਹੁੰਦੇ ਰਹੇ, ਜਿਹੜੇ ਨੀਲ ਨਵਾਦੀ ਦੇ ਬਾਦਸ਼ਾਹ ਵਾਂਗ ਬੜੇ ਸ਼ਕਤੀਸ਼ਾਲੀ ਸਨ। ਸਮਰਾਟ ਨੇ ਆਪਣੇ ਰਾਜ ਨੂੰ ਪ੍ਰਾਂਤਾਂ ਵਿੱਚ ਵੰਡ ਦਿੱਤਾ ਤੇ ਹਰ ਇੱਕ ਪ੍ਰਾਂਤ ਦਾ ਇੱਕ ਗਵਰਨਰ ਬਣਾ ਦਿੱਤਾ। ਬਾਦਸ਼ਾਹ ਆਪਣੇ ਫਰਮਾਨ ਮਿੱਟੀ ਦੀਆਂ ਤਖਤੀਆਂ ਤੇ ਲਿਖ ਕੇ ਭੇਜਦਾ ਸੀ। ਇਹ ਤਖਤੀਆਂ ਅਜੇ ਤੱਕ ਕਾਇਮ ਹਨ। ਹਮਰਾਮੀ ਨਾਂ ਦੇ ਬਾਦਸ਼ਾਹ ਦਾ ਇਹ ਹੁਕਮਨਾਮਾ ਪ੍ਰਸਿੱਧ ਹੈ ਕਿ ਜਿਹੜਾ ਇਸ ਸ਼ਿਕਾਇਤ ਦੇ ਉੱਤਰ ਵਿੱਚ ਜਾਰੀ ਕੀਤਾ ਗਿਆ ਸੀ ਕਿ ਹੜ੍ਹ ਦੇ ਕਾਰਨ ਉਰ ਅਤੇ ਲਾਸਾ ਨਗਰਾਂ ਦੇ ਵਿਚਕਾਰ ਦਰਿਆ ਵਿੱਚ ਮਿੱਟੀ ਇਕੱਠੀ ਹੋ ਜਾਣ ਨਾਲ ਕਿਸ਼ਤੀਆਂ ਦੀ ਆਵਾਜਾਈ ਰੁਕ ਜਾਂਦੀ। ਫਰਮਾਨ ਸੀ ਸਮਰਾਟ ਨੇ ਛੇਤੀ ਤੋਂ ਛੇਤੀ ਰਾਹ ਸਾਫ਼ ਕਰਨ ਦਾ ਹੁਕਮ ਦਿੱਤਾ। ਹਮੁਰਾਮੀ ਤੋਂ ਬਾਅਦ ਬੈਬੀਲੋਨੀਆ ਦੇ ਉੱਤਰ ਤੋਂ ਅਸੀਰੀਅਨ ਲੋਕਾਂ ਨੇ ਹਮਲਾ ਕਰਕੇ ਆਪਣਾ ਰਾਜ ਕਾਇਮ ਕਰ ਲਿਆ। ਇਹਨਾਂ ਲੋਕਾਂ ਨੇ ਬਹੁਤ ਸਾਰੇ ਹੋਰ ਦੇਸ਼ ਵੀ ਜਿੱਤ ਲਏ, ਜਿਨ੍ਹਾਂ ਵਿੱਚ ਮਿਸਰ ਵੀ ਸ਼ਾਮਲ ਸੀ। ਇਹਨਾਂ ਦੇ ਬਾਦਸ਼ਾਹ ਸੈਨਾਕੈਰਿਤ ਤੇ ਅਸੁਰਬਨੀਪਾਲ ਨੇ ਬੜੇ ਆਲੀਸ਼ਾਨ ਮਹੱਲ ਬਣਾਏ। ਇਹਨਾਂ ਦੀ ਰਾਜਧਾਨੀ ਨਿਨਵਾ ਸੀ। ਬਾਦਸ਼ਾਹ ਅਸੁਰਬਨੀਪਾਲ ਬੜਾ ਵਿਦਵਾਨ ਸੀ। ਉਹਦੀ ਲਾਇਬ੍ਰੇਰੀ ਵਿੱਚ 20,000 ਮਿੱਟੀ ਦੀਆਂ ਤਖਤੀਆਂ ਸਨ। ਉਸ ਸਮੇਂ ਇਹ ਦੁਨੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਸੀ। ਇਹਨਾਂ ਤਖਤੀਆਂ ਤੋਂ ਸਾਨੂੰ ਉਸ ਸਮੇਂ ਦਾ ਬਹੁਤ ਸਾਰਾ ਹਾਲ ਪਤਾ ਲੱਗਦਾ ਹੈ। ਬਾਦਸ਼ਾਹ ਦਾ ਬੱਬਰ ਸ਼ੇਰ ਦਾ ਸ਼ਿਕਾਰ ਕਰਦਿਆਂ ਦਾ ਚਿੱਤਰ ਬਣਿਆ ਹੋਇਆ ਹੈ। ਕਈ ਤਖਤੀਆਂ ਤੇ ਤਾਰਿਆਂ ਸਿਤਾਰਿਆਂ ਦਾ ਹਿਸਾਬ ਦੱਸਿਆ ਗਿਆ ਹੈ। ਕਈਆਂ ਤੇ ਦਵਾਈਆਂ ਦੇ ਨੁਸਖੇ ਹਨ, ਜਿਨ੍ਹਾਂ ਵਿੱਚ ਇੱਕ ਖੰਘ ਦੀ ਦਵਾ ਦਾ ਨੁਸਖਾ ਵੀ ਹੈ। ਇਸੇ ਤਰ੍ਹਾਂ ਸ਼ੀਸ਼ਾ ਬਣਾਉਣ ਦਾ ਤੇ ਰੰਗ ਕਰਨ ਦਾ ਢੰਗ ਦੱਸਿਆ ਗਿਆ ਹੈ। ਅਸੁਰਬਨੀਪਾਲ ਨੂੰ ਵਿੱਦਿਆ ਦਾ ਇੰਨਾ ਸ਼ੌਂਕ ਸੀ ਕਿ ਉਹਨੇ ਆਪਣੇ ਇੱਕ ਅਫਸਰ ਨੂੰ ਲਿਖ ਕੇ ਭੇਜਿਆ ਕਿ ਜਿੱਥੋਂ ਵੀ ਤੈਨੂੰ ਇਹਨਾਂ ਤਖਤੀਆਂ ਦਾ ਪਤਾ ਲੱਗੇ, ਇਹਨਾਂ ਨੂੰ ਲੱਭ ਕੇ ਮੇਰੇ ਪਾਸ ਭੇਜ ਦੇ। ਅਸੀਰੀਆ ਤੇ ਕਲਡੀਅਨ ਕਮ ਨੇ ਹਮਲਾ ਕਰਕੇ ਨਿਨੇਵਾ ਨੂੰ ਤਬਾਹ ਕਰ ਦਿੱਤਾ ਤੇ ਆਪਣੀ ਰਾਜਧਾਨੀ ਬੈਬੀਲੋਨੀਆ ਬਣਾ ਲਈ। ਇਹਨਾਂ ਦੇ ਬਾਦਸ਼ਾਹ ਨੈਬੂਕਡਨੇਜ਼ਰ ਨੇ ਆਪਣੀ ਇੱਕ ਪਹਾੜਨ ਰਾਣੀ ਦਾ ਜੀ ਪਰਚਾਉਣ ਲਈ ਬੈਬੀਲੋਨੀਆ ਵਿੱਚ ਉੱਚੇ ਉੱਚੇ ਟਿੱਬੇ ਬਣਵਾ ਕੇ ਉਹਨਾਂ ਉੱਪਰ ਬਾਗ ਲਗਵਾਏ। ਇਹ ਬਾਗ ਦੁਨੀਆ ਦੇ 7 ਅਜੂਬਿਆਂ ਵਿੱਚੋਂ ਇੱਕ ਅਜੂਬਾ ਗਿਣੇ ਜਾਂਦੇ ਹਨ। ਇਹਨਾਂ ਨੂੰ ਬੈਬੀਲੋਨੀਆ ਦੇ ਲਟਕਦੇ ਬਾਗ ਆਖਦੇ ਸਨ। ਆਰੀਏ, ਅਸੀਂ ਪਿੱਛੇ ਪੜ੍ਹ ਆਏ ਹਾਂ ਕਿ ਪ੍ਰਾਚੀਨ ਕਾਲ ਵਿੱਚ ਸਿੰਧ ਨਦੀ ਦੇ ਕੰਢੇ ਤੇ ਦਰਾਵੜ ਲੋਕ ਰਹਿੰਦੇ ਸਨ। ਇਹਨਾਂ ਤੋਂ ਪਿੱਛੋਂ ਤੇ ਅੱਜ ਤੋਂ ਕੋਈ 4000 ਸਾਲ ਪਹਿਲਾਂ ਆਰੀਏ ਭਾਰਤ ਵਿੱਚ ਦਾਖਲ ਹੋਏ। ਇਹ ਕਿੱਥੋਂ ਆਏ, ਇਸ ਬਾਰੇ ਪੱਕੀ ਤਰ੍ਹਾਂ ਕੁਝ ਨਹੀਂ ਕਿਹਾ ਜਾ ਸਕਦਾ। ਕੁਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਉਹ ਮੱਧ ਏਸ਼ੀਆ ਤੋਂ ਆਏ ਤੇ ਇਹਨਾਂ ਦੇ ਕੁਝ ਟਾਣੇ ਯੂਰਪ ਤੇ ਈਰਾਨ ਵਿੱਚ ਵੀ ਜਾ ਵਸੇ ਸਨ। ਆਰੀਏ ਸਭ ਤੋਂ ਪਹਿਲਾਂ ਪੰਜਾਬ ਵਿੱਚ ਆਏ ਤੇ ਉਹਨਾਂ ਨੇ ਇੱਥੋਂ ਦੇ ਵਸਨੀਕਾਂ ਨੂੰ ਦੱਖਣ ਵੱਲ ਭਜਾ ਦਿੱਤਾ। ਹੌਲੀ ਹੌਲੀ ਉਹ ਸਾਰੇ ਉੱਤਰੀ ਭਾਰਤ ਤੇ ਛਾ ਗਏ ਤੇ ਇਹਨਾਂ ਨੇ ਆਪਣੇ ਛੋਟੇ ਛੋਟੇ ਰਾਜ ਸਥਾਪਿਤ ਕਰ ਲਏ। ਆਰੀਆ ਵਿੱਚ ਵੀ ਕਈ ਕਬੀਲੇ ਸਨ। ਸਭ ਤੋਂ ਤਾਕਤਵਰ ਕਬੀਲੇ ਦਾ ਨਾਂ ਭਾਰਤ ਸੀ, ਜਿਹਨੇ ਬਾਕੀ ਸਾਰਿਆਂ ਕਬੀਲਿਆਂ ਨੂੰ ਹਰਾ ਕੇ ਆਪਣਾ ਰਾਜ ਜਮਨਾ ਨਦੀ ਤੱਕ ਫੈਲਾ ਲਿਆ। ਇਸ ਕਬੀਲੇ ਦੇ ਨਾਂ ਤੇ ਸਾਰੇ ਹਿੰਦੁਸਤਾਨ ਦਾ ਨਾਂ ਭਾਰਤ ਪੈ ਗਿਆ। ਆਰੀਏ ਰੰਗ ਦੇ ਗੋਰੇ ਤੇ ਕੱਦ ਦੇ ਲੰਮੇ ਸਨ। ਇਹ ਖੇਤੀ ਕਰਦੇ ਸਨ ਤੇ ਪਸ਼ੂ ਪਾਲਦੇ ਸਨ।
ਇਹਨਾਂ ਲੋਕਾਂ ਦੀ ਰਹਿਣੀ ਬਹਿਣੀ ਪਵਿੱਤਰ ਤੇ ਸਾਦੀ ਸੀ। ਇਹ ਦੇਵੀ ਦੇਵਤਿਆਂ ਨੂੰ ਪੂਜਦੇ ਸਨ। ਇਹਨਾਂ ਨੇ ਵੇਦ ਰਚੇ ਤੇ ਕਿਹਾ ਜਾਂਦਾ ਹੈ ਕਿ ਵੇਦਾਂ ਦੀ ਜਨਮ ਭੂਮੀ ਪੰਜਾਬ ਹੀ ਹੈ। ਆਰੀਏ ਲਿਖਣਾ ਪੜ੍ਹਨਾ ਜਾਣਦੇ ਸਨ। ਇਹਨਾਂ ਦੀ ਬਹੁਤ ਸਾਰੀਆਂ ਲਿਖਤਾਂ ਵੀ ਮਿਲਦੀਆਂ ਹਨ। ਸੰਸਕ੍ਰਿਤ ਇਹਨਾਂ ਦੀ ਬੋਲੀ ਸੀ, ਜਿਸ ਦੀ ਲਿਪੀ ਨੂੰ ਦੇਵਨਾਗਰੀ ਆਖਦੇ ਹਨ। ਸੰਸਕ੍ਰਿਤ ਦਾ ਸਾਹਿਤ ਬੜਾ ਭਰਪੂਰ ਹੈ। ਇਸ ਵਿੱਚ ਲਗਭਗ ਹਰ ਇੱਕ ਵਿਸ਼ੇ 'ਤੇ ਪੁਸਤਕਾਂ ਮਿਲਦੀਆਂ ਹਨ। ਮਨੁੱਖ ਸਾਹਮਣੇ ਜਿਹੜੇ ਜ਼ਿੰਦਗੀ ਅਤੇ ਮੌਤ ਦੇ ਵੱਡੇ ਵੱਡੇ ਗੁੰਝਲਦਾਰ ਮਸਲੇ ਆਉਂਦੇ ਹਨ, ਪੁਰਾਣੇ ਰਿਸ਼ੀਆਂ ਨੇ ਉਹਨਾਂ ਦੇ ਬੜੇ ਯੋਗ ਹੱਲ ਦੱਸੇ ਹਨ। ਇਹ ਕਹਿਣਾ ਕੋਈ ਵੱਡੀ ਗੱਲ ਨਹੀਂ ਹੋਵੇਗੀ ਕਿ ਆਪਣੀ ਸੱਭਿਅਤਾ ਨੂੰ ਸਮਝਣ ਲਈ ਹਰ ਇੱਕ ਭਾਰਤੀ ਨੂੰ ਸੰਸਕ੍ਰਿਤ ਜ਼ਰੂਰ ਪੜ੍ਹਨੀ ਚਾਹੀਦੀ ਹੈ। ਸਾਨੂੰ ਸੰਸਕ੍ਰਿਤ ਦੇ 2 ਮਹਾਂਕਾਵ ਮਿਲਦੇ ਹਨ। ਇੱਕ ਨੂੰ ਰਾਮਾਇਣ ਤੇ ਦੂਜੇ ਨੂੰ ਮਹਾਭਾਰਤ ਆਖਦੇ ਹਨ। ਰਾਮਾਇਣ ਵਿੱਚ ਮਹਾਰਾਜਾ ਰਾਮਚੰਦਰ ਦੀ ਕਥਾ ਹੈ। ਉਹਨਾਂ ਨੇ ਆਪਣੇ ਪਿਤਾ ਦੀ ਆਗਿਆ ਨੂੰ ਪਾਲਿਆ ਤੇ 14 ਸਾਲ ਬਨਵਾਸ ਵਿੱਚ ਕੱਟੇ। ਇੱਥੇ ਬਨਵਾਸ ਵਿੱਚ ਦੇ ਸਮੇਂ ਵਿੱਚ ਉਹਨਾਂ ਦਾ ਰਾਵਣ ਨਾਲ ਯੁੱਧ ਹੋਇਆ, ਜਿਸ ਨੂੰ ਇਹਨਾਂ ਨੇ ਜਾਨੋਂ ਮਾਰ ਦਿੱਤਾ। ਦੁਸਹਿਰਾ ਇਸ ਜਿੱਤ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਦੂਜੀ ਮਹਾਂਕਾਵ ਮਹਾਭਾਰਤ ਹੈ। ਇਸ ਵਿੱਚ ਕੌਰਵਾਂ ਤੇ ਪਾਂਡਵਾਂ ਦੇ ਮਹਾਯੁੱਧ ਦਾ ਵਰਣਨ ਹੈ। ਪਾਂਡਵਾਂ ਨੂੰ ਜਿੱਤ ਹੋਈ ਕਿਉਂਕਿ ਸ੍ਰੀ ਕ੍ਰਿਸ਼ਨ ਪਾਂਡਵਾਂ ਵੱਲ ਸਨ। ਪ੍ਰਾਚੀਨ ਭਾਰਤ ਵਿੱਚ ਕੁਰੂਕੁਲ ਦਾ ਇੱਕ ਸ਼ਾਂਤਨੂ ਨਾਂ ਦਾ ਰਾਜਾ ਰਾਜ ਕਰਦਾ ਸੀ। ਉਸਦੇ ਘਰ ਇੱਕ ਲੜਕਾ ਪੈਦਾ ਹੋਇਆ, ਜਿਸ ਦਾ ਨਾਂ ਪੀਸਸ ਸੀ। ਸ਼ਾਂਤਨੂ ਨੇ ਭੀਸ਼ਮ ਨੂੰ ਆਪਣਾ ਵਾਰਸ ਮੁਕਰਰ ਕਰ ਦਿੱਤਾ। ਪਰ ਗੱਲ ਇਸ ਤਰ੍ਹਾਂ ਹੋਈ ਕਿ ਇੱਕ ਦਿਨ ਸ਼ਿਕਾਰ ਕਰਦਿਆਂ ਸ਼ਾਂਤਨੂ ਨੇ ਇੱਕ ਮਾਛੀ ਦੀ ਕੁਟੀਆ ਵਿੱਚ ਇੱਕ ਬੜੀ ਹੀ ਸੁੰਦਰ ਲੜਕੀ ਦੇਖੀ। ਜਦ ਸ਼ਾਂਤਨੂ ਨੇ ਉਹਨੂੰ ਆਪਣੇ ਨਾਲ ਵਿਆਹ ਲਈ ਕਿਹਾ ਤਾਂ ਉਸ ਲੜਕੀ ਨੇ, ਜਿਸ ਦਾ ਨਾਂ ਸਤਿਆਵਤੀ ਸੀ, ਇਹ ਸ਼ਰਤ ਪੇਸ਼ ਕੀਤੀ ਕਿ ਉਹ ਉਸ ਨਾਲ ਤਦ ਹੀ ਵਿਆਹ ਕਰਵਾਏਗੀ ਜੋ ਰਾਜਗੱਦੀ ਭੀਸ਼ਮ ਨੂੰ ਦੇਣ ਦੀ ਥਾਂ ਉਸਦੀ ਆਪਣੀ ਕੁੱਖੋਂ ਪੈਦਾ ਹੋਏ ਲੜਕੇ ਨੂੰ ਦਿੱਤੀ ਜਾਏ। ਸ਼ਾਂਤਨੂ ਨੂੰ ਇਹ ਸ਼ਰਤ ਪਸੰਦ ਨਾ ਆਈ, ਪਰ ਉਹ ਸਤਿਆਵਾਦੀ ਤੇ ਇਤਨਾ ਲੱਟੂ ਸੀ ਕਿ ਉਸਨੂੰ ਛੱਡ ਵੀ ਨਹੀਂ ਸੀ ਸਕਦਾ। ਇਸ ਗੱਲ ਦਾ ਜਦੋਂ ਭੀਸ਼ਮ ਨੂੰ ਪਤਾ ਲੱਗਾ ਤਾਂ ਉਹਨੇ ਆਪਣੇ ਪਿਤਾ ਦੀ ਲਾਚਾਰੀ ਵੇਖ ਕੇ ਨਾ ਕੇਵਲ ਆਪ ਹੀ ਰਾਜਗੱਦੀ ਦਾ ਹੱਕ ਛੱਡ ਦਿੱਤਾ, ਬਲਕਿ ਨਿਸ਼ਚਾ ਕਰ ਲਿਆ ਕਿ ਉਹ ਸਾਰੀ ਉਮਰ ਵਿਆਹ ਹੀ ਨਹੀਂ ਕਰਵਾਏਗਾ। ਸੋ ਸ਼ਾਂਤਨੂ ਦਾ ਸਤਿਆਵਤੀ ਨਾਲ ਵਿਆਹ ਹੋ ਗਿਆ। ਸਤਿਆਵਤੀ ਦੇ 2 ਲੜਕੇ ਪੈਦਾ ਹੋਏ, ਵਚਿੱਤਰਵੀਰ ਤੇ ਚਿੱਤਰਨਗਦ। ਚਿੱਤਰਨਗਦ ਇੱਕ ਗੰਧਰਵ ਨਾਲ ਲੜਾਈ ਵਿੱਚ ਮਾਰਿਆ ਗਿਆ, ਇਸ ਲਈ ਸ਼ਾਂਤਨੂ ਦੀ ਮੌਤ ਪਿੱਛੋਂ ਵਚਿੱਤਰਵੀਰ ਤਖਤ ਤੇ ਬੈਠਾ, ਪਰ ਵਚਿੱਤਰਵੀਰ ਵੀ ਔਲਾਦਹੀਨ ਹੀ ਮਰ ਗਿਆ। ਸਤਿਆਵਤੀ ਦਾ ਇੱਕ ਹੋਰ ਲੜਕਾ ਸੀ, ਜਿਹੜਾ ਉਹਨੂੰ ਸ਼ਾਂਤਨੂ ਨਾਲ ਵਿਆਹ ਤੋਂ ਪਹਿਲਾਂ ਪੈਦਾ ਹੋਇਆ ਸੀ ਤੇ ਜਿਸ ਦਾ ਨਾਂ ਵਿਆਸ ਸੀ। ਵਿਆਸ ਦੇ ਘਰ 3 ਲੜਕੇ ਪੈਦਾ ਹੋਏ, ਧ੍ਰਿਤਰਾਸ਼ਟਰ, ਪਾਂਡੂ ਤੇ ਵਿਦੁਰ। ਧ੍ਰਿਤਰਾਸ਼ਟਰ ਜਮਾਂਦਰੂ ਹੀ ਅੰਨਾ ਸੀ। ਧ੍ਰਿਤਰਾਸ਼ਟਰ ਦੇ ਘਰ 100 ਲੜਕੇ ਪੈਦਾ ਹੋਏ। ਸਭ ਤੋਂ ਵੱਡਾ ਲੜਕਾ ਦੁਰਯੋਧਨ ਸੀ। ਪਾਂਡੂ ਦੀਆਂ 2 ਵਹੁਟੀਆਂ ਸਨ, ਕੁੰਤੀ ਤੇ ਮਾਦਰੀ। ਕੁੰਤੀ ਦੇ ਘਰ ਯੁਧਿਸ਼ਠਰ, ਅਰਜਨ ਤੇ ਭੀਮ ਪੈਦਾ ਹੋਏ ਤੇ ਮਾਦਰੀ ਦੇ ਘਰ ਨਕੁਲ ਤੇ ਸਹਿਦੇਵ। ਕਿਉਂਕਿ ਧ੍ਰਿਤਰਾਸ਼ਟਰ ਅੰਨਾ ਸੀ, ਇਸ ਲਈ ਰਾਜਗੱਦੀ ਪਾਂਡੂ ਨੂੰ ਮਿਲੀ, ਪਰ ਪਾਂਡੂ ਕਿਸੇ ਕਾਰਨ ਜਲਦੀ ਹੀ ਮਰ ਗਿਆ ਤੇ ਗੱਦੀ ਧ੍ਰਿਤਰਾਸ਼ਟਰ ਨੇ ਸਾਂਭ ਲਈ। ਧ੍ਰਿਤਰਾਸ਼ਟਰ ਨੇ ਆਪਣੇ 100 ਪੁੱਤਰਾਂ ਤੇ ਸਵਰਗਵਾਸੀ ਭਰਾ ਪਾਂਡੂ 50 ਪੁੱਤਰਾਂ ਨੂੰ ਬੜੇ ਪਿਆਰ ਨਾਲ ਪਾਲਿਆ ਤੇ ਉਹਨਾਂ ਨੂੰ ਸ਼ਸਤਰ ਵਿੱਦਿਆ ਵਿੱਚ ਨਿਪੁੰਨ ਕਰ ਦਿੱਤਾ। ਪਰ 5 ਪਾਂਡੂ ਭਰਾ ਹਰ ਗੱਲ ਵਿੱਚ ਬਾਕੀਆਂ ਨੂੰ ਪਛਾੜ ਦਿੰਦੇ ਸਨ, ਇਸ ਲਈ ਧ੍ਰਿਤਰਾਸ਼ਟਰ ਦੇ ਲੜਕਿਆਂ ਨੂੰ ਉਹਨਾਂ ਨਾਲ ਬੜਾ ਸਾੜਾ ਸੀ। ਸਮਾਂ ਆਉਣ ਤੇ ਯੁਧਿਸ਼ਠਰ ਨੂੰ ਰਾਜਗੱਦੀ ਦਾ ਵਾਰਸ ਨਿਯਤ ਕੀਤਾ ਗਿਆ, ਪਰ ਇਸ ਨਾਲ ਧ੍ਰਿਤਰਾਸ਼ਟਰ ਨੂੰ ਆਪਣੇ ਲੜਕਿਆਂ ਦੇ ਭਵਿੱਖਤ ਬਾਰੇ ਖਤਰਾ ਪੈ ਗਿਆ। ਸੋ ਜਦੋਂ ਉਹਨੇ ਵੱਡੇ ਪੁੱਤਰ ਦੁਰਯੋਧਨ ਨੇ ਪਾਂਡੂ ਭਰਾਵਾਂ ਦਾ ਰਾਹ ਵਿੱਚੋਂ ਕੌਂਡਾ ਕੱਢਣ ਦੀ ਵਿਉਂਤ ਬਣਾਈ ਤਾਂ ਉਹ ਮੰਨ ਗਿਆ। ਉਹਨੇ ਲਾਖ ਦਾ ਇੱਕ ਘਰ ਤਿਆਰ ਕਰਵਾਇਆ ਤੇ ਪਾਂਡੂਆਂ ਨੂੰ ਉੱਥੇ ਆਉਣ ਲਈ ਸੱਦਾ ਦਿੱਤਾ। ਜਦੋਂ ਉਹ ਉਸ ਘਰ ਵਿੱਚ ਦਾਖਲ ਹੋਏ ਤਾਂ ਘਰ ਨੂੰ ਅੱਗ ਲਾ ਦਿੱਤੀ ਗਈ, ਪਰ ਪਾਂਡੂਆਂ ਦੀ ਕਿਸਮਤ ਚੰਗੀ ਸੀ। ਉਹ ਕਿਸੇ ਨਾ ਕਿਸੇ ਤਰ੍ਹਾਂ ਉੱਥੋਂ ਬਚ ਕੇ ਨਿਕਲ ਗਏ ਤੇ ਫਿਰਦੇ ਫਿਰਾਂਦੇ ਪੰਚਾਲ ਦੇਸ਼ ਵਿੱਚ ਜਾ ਪਹੁੰਚੇ। ਉੱਥੋਂ ਦੇ ਰਾਜੇ ਨੇ ਆਪਣੀ ਧੀ ਦਾ ਸਵੰਬਰ ਰਚਿਆ ਹੋਇਆ ਸੀ। ਅਰਜਨ ਨੇ ਤੀਰ ਅੰਦਾਜ਼ੀ ਦੇ ਐਸੇ ਜ਼ੋਰ ਦਿਖਾਏ ਕਿ ਉਸਨੇ ਆਪਣੇ ਸਭ ਵਿਰੋਧੀਆਂ ਨੂੰ ਮਾਤ ਪਾ ਦਿੱਤਾ ਤੇ ਉਹਨਾਂ ਦਾ ਵਿਆਹ ਦ੍ਰੋਪਦੀ ਨਾਲ ਹੋ ਗਿਆ। ਦੁਰਯੋਧਨ ਨੇ ਪਾਂਡੂਆਂ ਨੂੰ ਚੌਪੜ ਖੇਡਣ ਲਈ ਵੰਗਾਰਿਆ। ਖੇਡ ਵਿੱਚ ਪਾਂਡੂ ਹਾਰ ਗਏ ਤੇ ਉਹਨਾਂ ਨੂੰ 12 ਸਾਲ ਬਨਵਾਸ ਕੱਟਣਾ ਪਿਆ। ਅੰਤ ਨੂੰ ਦੋਹਾਂ ਧਿਰਾਂ ਦੇ ਵਿਚਕਾਰ ਇੱਕ ਭਾਰੀ ਯੁੱਧ ਹੋਇਆ। ਪਾਂਡੂਆਂ ਦੀ ਫੌਜ ਕੁੱਲ 70,000 ਸੀ ਤੇ ਕੌਰਵਾਂ ਦੀ 1,10,000। 18 ਦਿਨ ਤੱਕ ਕੁਰੂਕਸ਼ੇਤਰ ਦੇ ਮੈਦਾਨ ਤੇ, ਜੋ ਪਾਣੀਪਤ ਲਾਗੇ ਹੀ ਹੈ, ਇੱਕ ਬੜਾ ਭਿਆਨਕ ਯੁੱਧ ਹੋਇਆ। ਆਖਰ ਜਿੱਤ ਪਾਂਡੂਆਂ ਦੀ ਹੋਈ ਤੇ ਉਹਨਾਂ ਨੇ ਰਾਜ ਸੰਭਾਲ ਲਿਆ। ਇਸ ਯੁੱਧ ਦੇ ਸ਼ੁਰੂ ਵਿੱਚ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਸਿੱਖਿਆ ਦਿੱਤੀ, ਜਿਹੜੀ ਹੁਣ ਗੀਤਾ ਦੇ ਨਾਂ ਨਾਲ ਪ੍ਰਸਿੱਧ ਹੈ ਤੇ ਹਿੰਦੂਆਂ ਦੀ ਇੱਕ ਪਵਿੱਤਰ ਪੁਸਤਕ ਹੈ। ਸਾਡੇ ਭਾਰਤ ਵਿੱਚ ਇੱਕ ਬੜੇ ਪ੍ਰਤਾਪੀ ਮਨੁੱਖ, ਜਿਨ੍ਹਾਂ ਦਾ ਨਾਮ ਮਹਾਤਮਾ ਬੁੱਧ ਸੀ, ਹੋਇਆਂ ਨੂੰ ਕੋਈ 2500 ਸਾਲ ਹੋਏ ਹਨ। ਇਹ ਅਸਲ ਵਿੱਚ ਰਾਜਕੁਮਾਰ ਸਿਧਾਰਥ ਸਨ ਤੇ ਭਾਰਤ ਅਤੇ ਨੇਪਾਲ ਦੀ ਸੀਮਾ ਤੇ ਸਦੋਦਨਾ ਨਾਂ ਦੇ ਇੱਕ ਰਾਜੇ ਦੇ ਲੜਕੇ ਸਨ। ਇਹਨਾਂ ਦੇ ਪਿਤਾ ਨੇ ਇਹਨਾਂ ਨੂੰ ਬੜੇ ਲਾਡ ਵਿੱਚ ਪਾਲਿਆ, ਪਰ ਇਹਨਾਂ ਦਾ ਮਨ ਸ਼ੁਰੂ ਤੋਂ ਹੀ ਬੜਾ ਉਦਾਸ ਰਹਿੰਦਾ ਸੀ। ਐਸ਼ ਇਸ਼ਰਤ ਤੋਂ ਇਹਨਾਂ ਦਾ ਮਨ ਜਲਦੀ ਹੀ ਚੜ ਗਿਆ।
ਉਦਾਸੀ ਦੂਰ ਕਰਨ ਲਈ ਇਹਨਾਂ ਦੇ ਪਿਤਾ ਨੇ ਇਹਨਾਂ ਦਾ ਵਿਆਹ ਇੱਕ ਬੜੀ ਸੁੰਦਰ ਰਾਜਕੁਮਾਰੀ ਨਾਲ ਕਰ ਦਿੱਤਾ ਤੇ ਇਹਨਾਂ ਦੇ ਘਰ ਇੱਕ ਲੜਕਾ ਵੀ ਪੈਦਾ ਹੋਇਆ ਜਿਸ ਦਾ ਨਾਂ ਰਾਹੁਲ ਰੱਖਿਆ ਗਿਆ। ਪਰ ਰਾਜਕੁਮਾਰ ਦੀ ਉਦਾਸੀ ਹਾਲੀ ਵੀ ਦੂਰ ਨਾ ਹੋਈ। ਇਹ ਆਪਣੇ ਮਹਿਲਾਂ ਦੀ ਸੀਮਤ ਅਤੇ ਬਨਾਵਟੀ ਜ਼ਿੰਦਗੀ ਤੋਂ ਪਰੇ ਅਸਲੀ ਤੇ ਵਿਸ਼ਾਲ ਦੁਨੀਆ ਵੇਖਣਾ ਚਾਹੁੰਦੇ ਸਨ। ਸੋ ਇਹਨਾਂ ਨੇ ਆਪਣੇ ਰਥਵਾਨ ਚਾਨ ਨੂੰ ਕਿਹਾ ਕਿ ਉਹ ਰੱਥ ਤਿਆਰ ਕਰੇ ਤੇ ਉਹਨਾਂ ਨੂੰ ਮਹੱਲ ਤੋਂ ਬਾਹਰ ਲੈ ਚੱਲੇ। ਜਦੋਂ ਬਾਹਰ ਗਏ ਤਾਂ ਉਹਨਾਂ ਨੇ ਮਨੁੱਖ ਜਾਤੀ ਦੇ ਦੁੱਖਾਂ ਸੁੱਖਾਂ ਦਾ ਸਹੀ ਗਿਆਨ ਹੋਇਆ। ਉਹਨਾਂ ਨੇ ਬਿਮਾਰੀ ਵੇਖੀ, ਬੁਢਾਪਾ ਵੇਖਿਆ ਤੇ ਮੌਤ ਵੇਖੀ। ਉਹਨਾਂ ਦਾ ਹਿਰਦਾ ਕੰਬ ਗਿਆ ਤੇ ਇੱਕ ਦਿਨ ਆਪਣੇ ਪਿਤਾ, ਆਪਣੀ ਪਤਨੀ ਤੇ ਪੁੱਤਰ ਨੂੰ ਪਿਛਾਂ ਛੱਡ ਕੇ ਇਹਨਾਂ ਮਨੁੱਖੀ ਦੁੱਖਾਂ ਦਾ ਦਾਰੂ ਲੱਭਣ ਲਈ ਘਰੋਂ ਤੁਰ ਪਏ। ਇੱਕ ਸੰਘਣੇ ਜੰਗਲ ਵਿੱਚ ਬੋੜ ਥੱਲੇ ਬੈਠ ਕੇ ਇਹਨਾਂ ਬੜੀ ਤਪੱਸਿਆ ਕੀਤੀ। ਅੰਤ ਇੱਕ ਦਿਨ ਇਹਨਾਂ ਨੂੰ ਗਿਆਨ ਪ੍ਰਾਪਤ ਹੋ ਗਿਆ। ਫਿਰ ਇਹਨਾਂ ਨੇ ਆਪਣੇ ਧਰਮ ਦਾ ਪ੍ਰਚਾਰ ਕੀਤਾ ਜਿਸ ਨੂੰ ਬੁੱਧ ਮਤ ਆਖਦੇ ਹਨ। ਇਹ ਧਰਮ ਛੇਤੀ ਹੀ ਸਾਰੇ ਏਸ਼ੀਆ ਵਿੱਚ ਫੈਲ ਗਿਆ। ਇਸ ਧਰਮ ਦੀ ਵੱਡੀ ਸਿੱਖਿਆ ਇਹ ਸੀ ਕਿ ਆਦਮੀ ਦੀ ਵੱਡੀ ਜਿੱਤ ਆਪਣੀ ਖਾਹਿਸ਼ਾਂ ਨੂੰ ਜਿੱਤਣਾ ਹੈ। ਇਹ ਜੀਵ ਹੱਤਿਆ ਦੇ ਬੜੇ ਵਿਰੁੱਧ ਸਨ। ਇਸ ਧਰਮ ਨੂੰ ਸਮਰਾਟ ਅਸ਼ੋਕ ਨੇ ਅਪਣਾਇਆ। ਅਸ਼ੋਕ ਨੇ ਪਹਿਲੀ ਵਾਰ ਦੱਖਣੀ ਤੋਂ ਉੱਤਰੀ ਭਾਰਤ 'ਤੇ ਆਪਣਾ ਰਾਜ ਕਾਇਮ ਕੀਤਾ ਤੇ ਬੁੱਧ ਮਤ ਨੂੰ ਦੂਰ ਦੂਰ ਤੱਕ ਫੈਲਾਇਆ। ਚੀਨ ਦੀ ਸੱਭਿਅਤਾ ਲਗਭਗ 5000 ਸਾਲ ਹੋਏ। ਚੀਨ ਦੀ ਸੱਭਿਅਤਾ ਹਵਾਂਗ-ਹੋ ਨਦੀ ਦੀ ਵਾਦੀ ਵਿੱਚ ਪਲੀ। ਹੋਰਨਾਂ ਦਰਿਆਵਾਂ ਦੀਆਂ ਸੱਭਿਅਤਾਵਾਂ ਵਾਂਗ ਇਸ ਦਰਿਆ ਦੇ ਕੰਢੇ ਤੋਂ ਵੀ ਲੋਕ ਬਾਹਰੋਂ ਆ ਕੇ ਵਸ ਗਏ। ਇਹ ਲੋਕ ਖੇਤੀ ਕਰਦੇ ਸਨ ਤੇ ਪਸ਼ੂ ਪਾਲਦੇ ਸਨ ਤੇ ਇਹਨਾਂ ਨੂੰ ਘਰ ਬਣਾਉਣੇ ਆਉਂਦੇ ਸਨ। ਹੌਲੀ ਹੌਲੀ ਇਹ ਚੀਨ ਦੇ ਬਹੁਤ ਸਾਰੇ ਹਿੱਸੇ ਵਿੱਚ ਫੈਲ ਗਏ ਤੇ ਇੱਥੇ ਉਹਨਾਂ ਨੇ ਆਪਣਾ ਰਾਜ ਕਾਇਮ ਕਰ ਲਿਆ। ਸਮੇਂ ਦੀ ਚਾਲ ਨਾਲ ਭਾਰਤੀਆਂ ਵਾਂਗ ਚੀਨੀ ਲੋਕ ਵੀ ਸ਼੍ਰੇਣੀਆਂ ਵਿੱਚ ਵੰਡੇ ਗਏ। ਇਹਨਾਂ ਦੀ ਸਭ ਤੋਂ ਉੱਚੀ ਜਾਤੀ ਮੈਂਡਰਿਨ ਸੀ। ਮੈਂਡਰਿਨ ਪੜ੍ਹੇ ਲਿਖੇ ਵਿਦਵਾਨ ਤੇ ਯੋਗ ਵਿਅਕਤੀ ਹੁੰਦੇ ਸਨ। ਧਾਰਮਿਕ ਤੇ ਰਾਜਸੀ ਕੰਮਾਂ ਵਿੱਚ ਬਾਦਸ਼ਾਹ ਦਾ ਹੱਥ ਵੰਡਾਉਣਾ ਇਹਨਾਂ ਦਾ ਕੰਮ ਹੁੰਦਾ ਸੀ। ਇਹ ਆਮ ਲੋਕਾਂ ਵਿੱਚ ਬੜਾ ਰਸੂਖ ਰੱਖਦੇ ਸਨ। ਪਰ ਭਾਰਤ ਦੀ ਜਾਤ-ਪਾਤ ਵਾਂਗ ਚੀਨੀ ਲੋਕਾਂ ਵਿੱਚ ਇਹ ਵੰਡ ਇਤਨੀ ਕਰੜੀ ਨਹੀਂ ਸੀ। ਇੱਕ ਜਾਤੀ ਤੋਂ ਦੂਜੀ ਜਾਤੀ ਵਿੱਚ ਜਾਣਾ ਬਹੁਤ ਔਖਾ ਨਹੀਂ ਸੀ। ਯੂਨਾਨੀਆਂ ਵਾਂਗ ਇਹ ਵੀ ਆਪਣੇ ਅੱਖਰ ਚਿੱਤਰਾਂ ਦੇ ਰੂਪ ਵਿੱਚ ਲਿਖਦੇ ਸਨ। ਹਜ਼ਾਰਾਂ ਸਾਲ ਬੀਤ ਜਾਣ ਪਿੱਛੋਂ ਵੀ ਉਸ ਲਿਖਤ ਵਿੱਚ ਖਾਸ ਪਰਿਵਰਤਨ ਨਹੀਂ ਆਇਆ। ਇਹਨਾਂ ਦੀ ਲਿਖਾਈ ਇਹਨਾਂ ਦੇ ਗੁਆਂਢੀ ਦੇਸ਼ ਜਾਪਾਨ ਨਾਲ ਮਿਲਦੀ ਜੁਲਦੀ ਹੈ। ਚੀਨ ਇੱਕ ਪਾਸੇ ਸਮੁੰਦਰ ਨਾਲ, ਦੂਜੇ ਪਾਸੇ ਸਾਈਬੇਰੀਆ ਦੀਆਂ ਬਰਫ਼ ਨਾਲ, ਤੀਜੇ ਪਾਸੇ ਮਾਰੂਥਲ ਨਾਲ ਤੇ ਦੱਖਣ ਵੱਲ ਹਿਮਾਲਿਆ ਪਰਬਤ ਦੀਆਂ ਲੜੀਆਂ ਨਾਲ ਘਿਰਿਆ ਹੋਇਆ ਹੈ। ਇਸ ਲਈ ਚੀਨੀ ਲੋਕ ਬਾਕੀ ਦੁਨੀਆ ਕੋਲੋਂ ਅਲੱਗ-ਥਲੱਗ ਰਹਿੰਦੇ ਰਹੇ ਤੇ ਇਹਨਾਂ ਦੀ ਸੱਭਿਅਤਾ, ਰਹਿਣੀ ਬਹਿਣੀ, ਸ਼ਕਲ ਆਦਿ ਵਿੱਚ ਸਦੀਆਂ ਤੱਕ ਕੋਈ ਤਬਦੀਲੀ ਨਹੀਂ ਆਈ। ਇਹਨਾਂ ਦੇ ਬੜੇ ਮਹਾਨ ਸਮਰਾਟ ਹੋਏ ਹਨ ਜਿਨ੍ਹਾਂ ਨੇ ਆਪਣੇ ਰਾਜ ਨੂੰ ਵਧਾਇਆ ਤੇ ਕਈ ਦੂਰ ਦੂਰ ਦੇ ਦੇਸ਼ਾਂ 'ਤੇ ਵੀ ਹਮਲੇ ਕੀਤੇ। ਇਹਨਾਂ ਵਿੱਚੋਂ ਚੰਗੇਜ਼ ਖਾਨ ਨੇ ਯੂਰਪ ਤੱਕ ਲੁੱਟਮਾਰ ਕੀਤੀ ਤੇ ਤਬਾਹੀ ਮਚਾਈ। ਇਹਨਾਂ ਦਾ ਪਹਿਲਾ ਜਗਤ ਬਾਦਸ਼ਾਹ ਸਿਹਾਂਗਵਤੀ ਸੀ। ਉਹਨੇ ਆਪਣੇ ਰਾਜ ਵਧਾਇਆ ਤੇ ਹੁਣ ਕੌਮ ਦੇ ਹਮਲਿਆਂ ਤੋਂ ਦੇਸ਼ ਨੂੰ ਬਚਾਉਣ ਲਈ 1000 ਮੀਲ ਲੰਮੀ ਇੱਕ ਕੰਧ ਬਣਵਾਈ। ਇਸ ਕੰਧ ਨੂੰ ਚੀਨ ਦੀ ਮਹਾਨ ਕੰਧ ਆਖਦੇ ਹਨ। ਇਹ ਇਤਨੀ ਚੌੜੀ ਹੈ ਕਿ ਇਸ ਤੇ 6 ਰੱਥ ਨਾਲ ਇੱਕ ਕਤਾਰ ਵਿੱਚ ਜਾ ਸਕਦੇ ਹਨ। ਇਸ ਕੰਧ ਨੂੰ ਬਣਿਆ 2000 ਸਾਲ ਹੋ ਚੱਲੇ ਹਨ ਤੇ ਇਹ ਅਜੇ ਤੱਕ ਵੀ ਕਾਇਮ ਹੈ। ਭਾਰਤ ਦੇ ਮਹਾਤਮਾ ਬੁੱਧ ਵਾਂਗ ਚੀਨ ਵਿੱਚ ਵੀ ਇੱਕ ਮਹਾਨ ਵਿਅਕਤੀ ਹੋਏ ਹਨ ਜਿਨ੍ਹਾਂ ਦਾ ਨਾਂ ਕਨਫਿਊਸ਼ੀਅਸ ਸੀ। ਇਹਨਾਂ ਨੂੰ ਹੋਇਆਂ ਲਗਭਗ 2500 ਸਾਲ ਹੋਏ ਹਨ। ਇਹ ਵਿਖਾਵੇ ਦੇ ਵਿਰੋਧੀ ਸਨ ਤੇ ਸਿੱਖਿਆ ਦਿੰਦੇ ਸਨ ਕਿ ਮਨੁੱਖ ਨੂੰ ਨਿਡਰ ਹੋ ਕੇ ਆਪਣਾ ਧਰਮ ਪਾਲਣਾ ਚਾਹੀਦਾ ਹੈ। ਉਹ ਕਹਿੰਦੇ ਸਨ ਕਿ ਹਰ ਇੱਕ ਨੂੰ ਆਪਣੇ ਮਾਤਾ ਪਿਤਾ, ਬਾਦਸ਼ਾਹ ਤੇ ਹੋਰ ਬਜ਼ੁਰਗਾਂ ਦਾ ਆਦਰ ਮਾਣ ਕਰਨਾ ਆਪਣਾ ਫਰਜ਼ ਸਮਝਣਾ ਚਾਹੀਦਾ ਹੈ ਤੇ ਨਿਮਰਤਾ ਪੂਰਵਕ ਜੀਵਨ ਹੀ ਸਭ ਤੋਂ ਉੱਚਾ ਜੀਵਨ ਹੈ। ਲੋਕ ਇਹਨਾਂ ਦੇ ਪ੍ਰਚਾਰ ਨੂੰ ਬੜਾ ਸਲਾਹਿਆ ਤੇ ਬਹੁਤ ਸਾਰੇ ਲੋਕ ਇਹਨਾਂ ਦੇ ਸ਼ਿਸ਼ ਬਣ ਗਏ। ਚੀਨ ਵਿੱਚ ਇੱਕ ਹੋਰ ਵਿਦਵਾਨ ਵੀ ਹੋਏ ਹਨ ਜਿਨ੍ਹਾਂ ਦਾ ਨਾਂ ਲਾਓਤੇ ਸੀ ਤੇ ਉਹ ਬੜੇ ਵੱਡੇ ਫਿਲਾਸਫਰ ਸਨ। ਉਹਨਾਂ ਦੀਆਂ ਗੱਲਾਂ ਸਮਝਣੀਆਂ ਔਖੀਆਂ ਹਨ। ਯੂਨਾਨ ਦੀ ਸੱਭਿਅਤਾ ਬਹੁਤ ਪੁਰਾਣੇ ਯੂਨਾਨੀ ਆਰੀਆ ਦੀ ਇੱਕ ਸ਼ਾਖ ਸਨ। ਲਗਭਗ 4000 ਸਾਲ ਹੋਏ ਇਹ ਲੋਕ ਯੂਨਾਨ ਵਿੱਚ ਜਾ ਕੇ ਵਸ ਗਏ ਸਨ। ਇਸ ਬਾਰੇ ਪੱਕਾ ਸਬੂਤ ਨਹੀਂ ਮਿਲਦਾ ਪਰ ਖਿਆਲ ਕੀਤਾ ਜਾਂਦਾ ਹੈ ਕਿ ਕਨੋਸਸ ਦੀ ਸੱਭਿਅਤਾ ਨੂੰ ਨਸ਼ਟ ਕਰਨ ਵਾਲੇ ਇਹ ਲੋਕ ਹੀ ਸਨ। ਇਹ ਲੋਕ ਕਬੀਲਿਆਂ ਵਿੱਚ ਵੱਡੇ ਹੋਏ ਸਨ ਤੇ ਇਹਨਾਂ ਦਾ ਜੀਵਨ ਬੜਾ ਸਿੱਧਾ ਸਾਦਾ ਸੀ। ਇਹਨਾਂ ਵਿੱਚ ਕੋਈ ਅਮੀਰ ਗਰੀਬ ਨਹੀਂ ਸੀ। ਸਾਰੀ ਭੂਮੀ ਦੀ ਮਲਕੀਅਤ ਕਬੀਲੇ ਦੀ ਹੁੰਦੀ ਸੀ ਤੇ ਕਾਸ਼ਤ ਕਬੀਲੇ ਦੀ ਪੰਚਾਇਤ ਦੀ ਇੱਛਾ ਅਨੁਸਾਰ ਕੀਤੀ ਜਾਂਦੀ ਸੀ। ਭਾਰਤ ਦੇ ਆਰਿਆਂ ਵਾਂਗ ਇਹ ਵੀ ਦੇਵੀ ਦੇਵਤਿਆਂ ਨੂੰ ਪੂਜਦੇ ਸਨ। ਪਰ ਬਹੁਤ ਥੋੜੇ ਸਮੇਂ ਪਿੱਛੋਂ ਖੇਤੀ ਕਰਨ ਦੇ ਸਾਧਨਾਂ ਵਿੱਚ ਸੁਧਾਰ ਕੀਤਾ ਗਿਆ ਤੇ ਲੋਕ ਆਪੋ ਆਪਣੀ ਜ਼ਮੀਨ ਵਾਹੁਣ ਲੱਗ ਪਏ। ਇਸ ਤਰ੍ਹਾਂ ਲੋਹਾਰ ਅਤੇ ਤਰਖਾਨ ਆਪਣੇ ਕੰਮ ਨੂੰ ਜ਼ਿਆਦਾ ਸੁਚੱਜੇ ਢੰਗ ਨਾਲ ਕਰਨ ਲੱਗ ਪਏ। ਆਲੇ ਦੁਆਲੇ ਦੇ ਦੇਸ਼ਾਂ ਦੇ ਲੋਕ ਵਪਾਰ ਲਈ ਇੱਥੇ ਹੋਰ ਵਸਤਾਂ ਵੀ ਲਿਆਉਣ ਲੱਗ ਪਏ। ਕੁਝ ਕੁ ਲੋਕ ਸਮੁੰਦਰ ਰਾਹੀਂ ਲੁੱਟਮਾਰ ਕਰਨ ਨੂੰ ਜ਼ਿਆਦਾ ਲਾਭਦਾਇਕ ਸਮਝਣ ਲੱਗ ਪਏ। ਕਈ ਛੋਟੇ ਛੋਟੇ ਪਿੰਡ ਹੌਲੀ ਹੌਲੀ ਵੱਡੇ ਵੱਡੇ ਨਗਰਾਂ ਵਿੱਚ ਬਦਲ ਗਏ। ਲੋਕਾਂ ਵਿੱਚ ਦੌਲਤ ਵਧਣ ਲੱਗ ਪਈ ਤੇ ਕੌਮ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡੀ ਗਈ।
ਅਮੀਰਾਂ ਨੂੰ ਵੇਖ ਕੇ ਗਰੀਬਾਂ ਵਿੱਚ ਸਾੜਾ ਆ ਗਿਆ ਤੇ ਅਮੀਰ ਗਰੀਬਾਂ ਤੋਂ ਡਰਨ ਲੱਗ ਪਏ। ਨਗਰਾਂ ਦੀਆਂ ਪੰਚਾਇਤਾਂ ਇਸ ਨਵੇਂ ਸਥਿਤੀ ਦਾ ਟਾਕਰਾ ਨਾ ਕਰ ਸਕੀਆਂ ਤੇ ਨਗਰਾਂ ਵਿੱਚ ਨਵੇਂ ਨੇਤਾ ਬਣ ਗਏ ਜਿਨ੍ਹਾਂ ਨੂੰ ਰਾਜੇ ਕਹਿਣ ਲੱਗ ਪਏ। ਨਗਰ ਦਾ ਸਾਰਾ ਪ੍ਰਬੰਧ ਇਹਨਾਂ ਰਾਜਿਆਂ ਦੇ ਹੱਥ ਆ ਗਿਆ। ਯੂਨਾਨ ਦੀ ਸੱਭਿਅਤਾ ਇਹਨਾਂ ਨਗਰ ਰਾਜਾਂ ਕਰਕੇ ਹੀ ਪ੍ਰਸਿੱਧ ਹੈ, ਪਰ ਰਾਜਿਆਂ ਦੀ ਹੋਂਦ ਬਹੁਤ ਚਿਰ ਨਾ ਰਹਿ ਸਕੀ। ਲੋਕਾਂ ਵਿੱਚ ਰਲ ਮਿਲ ਕੇ ਨਗਰ ਦਾ ਪ੍ਰਬੰਧ ਕਰਨ ਦੀ ਜ਼ਿਆਦਾ ਰੁਚੀ ਸੀ, ਇਸ ਲਈ ਨਗਰਾਂ ਵਿੱਚ ਰਾਜ ਪਰਿਸ਼ਦ ਸਥਾਪਿਤ ਕੀਤੇ ਗਏ। ਨਗਰਾਂ ਦੇ ਰਾਜੇ ਇੱਕ ਦੂਜੇ ਦੇ ਵਿਰੁੱਧ ਲੜਦੇ ਰਹਿੰਦੇ ਸਨ, ਇਸ ਕਰਕੇ ਇਹ ਇੱਕ ਕੌਮੀ ਝੰਡੇ ਹੇਠ ਕਦੇ ਇਕੱਠੇ ਨਹੀਂ ਸਨ ਹੋਏ। ਪਰ ਜਦੋਂ ਕਿਤੇ ਕਿਸੇ ਬਾਹਰਲੇ ਦੇਸ਼ ਦੇ ਲੋਕ ਇਹਨਾਂ ਤੇ ਹਮਲਾ ਕਰਦੇ, ਇਹ ਇੱਕ ਦੂਜੇ ਦੀ ਮਦਦ ਕਰਦੇ। ਇਹਨਾਂ ਦੀਆਂ ਇਰਾਨੀਆਂ ਨਾਲ ਬੜੀਆਂ ਭਾਰੀਆਂ ਲੜਾਈਆਂ ਹੋਈਆਂ ਸਨ। ਯੂਨਾਨੀਆਂ ਪਾਸ ਉਹਨਾਂ ਦਿਨਾਂ ਵਿੱਚ 2 ਤੇਜ਼ ਚੱਲਣ ਵਾਲੇ ਸਮੁੰਦਰੀ ਜਹਾਜ਼ ਸਨ ਜਿਹੜੇ ਵਪਾਰੀ ਜਹਾਜ਼ਾਂ ਦੀ ਰੱਖਿਆ ਕਰਦੇ ਸਨ। ਇਹਨਾਂ ਦੇ ਵੱਡੇ ਵੱਡੇ ਨਗਰ ਏਥਨਸ ਤੇ ਕੋਰਿੰਥ ਸਨ ਜੋ ਬੜੇ ਸੁੰਦਰ ਸਨ। ਇਹਨਾਂ ਨਗਰਾਂ ਵਿੱਚ ਬੜੇ ਆਲੀਸ਼ਾਨ ਮੰਦਰ ਸਨ ਜਿਨ੍ਹਾਂ ਦੇ ਖੰਡਰ ਵੇਖਣ ਵਿੱਚ ਹਾਲੀ ਵੀ ਬੜੇ ਪ੍ਰਭਾਵਕ ਹਨ। ਯੂਨਾਨੀ ਬੁੱਤ ਘੜਨ ਵਿੱਚ ਜੀ ਆਪਣੀ ਮਿਸਾਲ ਆਪ ਹੀ ਸਨ। ਉਹਨਾਂ ਦੇ ਬੁੱਤ ਸਰੀਰਕ ਸੁੰਦਰਤਾ ਤੇ ਸਡੋਲਤਾ ਦੇ ਸ਼ਾਨਦਾਰ ਨਮੂਨੇ ਹਨ ਤੇ ਕਈ ਯੂਰਪੀਅਨ ਅਜਾਇਬ ਘਰਾਂ ਵਿੱਚ ਵੇਖੇ ਜਾ ਸਕਦੇ ਹਨ। ਇਹ ਲੋਕ ਵਿੱਦਿਆ ਵਿੱਚ ਬੜਾ ਸ਼ੌਂਕ ਰੱਖਦੇ ਸਨ। ਇਹਨਾਂ ਵਿੱਚ ਬੜੇ ਮਹਾਨ ਫਿਲਾਸਫਰ ਅਤੇ ਸਾਇੰਸਦਾਨ ਹੋਏ ਹਨ ਜਿਨ੍ਹਾਂ ਵਿੱਚੋਂ ਸੁਕਰਾਤ, ਅਰਸਤੂ ਤੇ ਅਫਲਾਤੂ ਬਹੁਤ ਪ੍ਰਸਿੱਧ ਹਨ। ਇਹਨਾਂ ਦਾ ਇੱਕ ਬੜਾ ਪ੍ਰਸਿੱਧ ਕਵੀ ਵੀ ਹੋਇਆ ਹੈ ਜਿਸ ਦਾ ਨਾਂ ਹੋਮਰ ਸੀ। ਕਹਿੰਦੇ ਹਨ ਕਿ ਇਹ ਅੰਨਾ ਸੀ। ਇਹਨੇ 2 ਮਹਾਕਾਵ ਲਿਖੇ ਹਨ। ਇੱਕ ਵਿੱਚ ਯੂਨਾਨੀਆਂ ਤੇ ਟਰੋਏ ਨਿਵਾਸੀਆਂ ਵਿੱਚ ਹੋਏ ਇੱਕ ਯੁੱਧ ਦਾ ਵਰਣਨ ਹੈ ਤੇ ਦੂਜੇ ਵਿੱਚ ਇਥਾਕਾ ਨਾਮੀ ਟਾਪੂ ਦੇ ਰਾਜੇ ਓਡੀਸੀਅਸ ਦੇ ਕਾਰਨਾਮੇ ਦਰਜ ਹਨ। ਯੂਨਾਨੀਆਂ ਵਿੱਚ ਸੰਗੀਤ ਅਤੇ ਨਾਟਕ ਦਾ ਬੜਾ ਪ੍ਰਕਾਰ ਸੀ। ਲੋਕ ਆਪਣੇ ਚਾਅ ਨਾਲ ਨਾਟਕ ਵੇਖਦੇ ਸਨ। ਇਹ ਲੋਕ ਖੇਡਾਂ ਦੇ ਬੜੇ ਸ਼ੌਕੀਨ ਸਨ ਤੇ ਖੇਡਾਂ ਦੇ ਵੱਡੇ ਵੱਡੇ ਮੇਲੇ ਲਾਇਆ ਕਰਦੇ ਸਨ। ਓਲੰਪਿਕ ਖੇਡਾਂ ਇਹਨਾਂ ਨੇ ਹੀ ਸ਼ੁਰੂ ਕੀਤੀਆਂ ਸਨ। ਇੱਕ ਵੱਡਾ ਯੂਨਾਨੀ ਜੇਤੂ ਹੋਇਆ ਹੈ ਜਿਸ ਦਾ ਨਾਂ ਸਿਕੰਦਰ ਸੀ। ਇਸ ਨੂੰ ਹੋਇਆ 2200 ਸਾਲ ਹੋਏ ਹਨ। ਇਹ ਯੂਨਾਨ ਦੇ ਪ੍ਰਸਿੱਧ ਫਿਲਾਸਫਰ ਅਰਸਤੂ ਦਾ ਸ਼ਿਸ਼ ਸੀ। ਇਸ ਨੇ ਈਰਾਨ ਦੇ ਮੱਧ ਪੂਰਬ ਦੇ ਹੋਰ ਕਈ ਦੇਸ਼ਾਂ ਨੂੰ ਜਿੱਤਿਆ। ਇਸ ਨੇ ਭਾਰਤ ਤੇ ਵੀ ਹਮਲਾ ਕੀਤਾ ਸੀ ਪਰ ਬਿਆਸ ਨਦੀ ਤੋਂ ਅੱਗੇ ਨਾ ਵੱਧ ਸਕਿਆ ਕਿਉਂਕਿ ਇੱਥੋਂ ਦੇ ਇੱਕ ਰਾਜੇ ਪੋਰਸ ਨੇ ਇਸ ਦਾ ਡਟ ਕੇ ਟੱਕਰਾ ਕੀਤਾ ਸੀ। ਪੋਰਸ ਦੀ ਕਹਾਣੀ। ਪੋਰਸ ਉੱਤਰ ਪੱਛਮੀ ਸਰਹੱਦੀ ਸੂਬੇ ਦਾ ਇੱਕ ਰਾਜਾ ਸੀ। ਇਹ ਬੜਾ ਅਣਖੀਲਾ ਸੀ ਤੇ ਦੇਸ਼ ਪਿਆਰ ਇਸ ਵਿੱਚ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਜਦ ਸਿਕੰਦਰ ਇਸ ਦੇ ਇਲਾਕੇ ਦੇ ਨਜ਼ਦੀਕ ਪਹੁੰਚਿਆ ਤਾਂ ਉਸਨੇ ਸਿਕੰਦਰ ਦਾ ਰਾਹ ਰੋਕ ਲਿਆ। ਸਿਕੰਦਰ ਨੂੰ ਪੋਰਸ ਦੀ ਤਾਕਤ ਦਾ ਪਤਾ ਸੀ, ਇਸ ਲਈ ਆਮੋ ਸਾਹਮਣੇ ਮੁਕਾਬਲਾ ਕਰਨ ਦੀ ਥਾਂ ਉਹਨੇ ਰਾਤ ਵੇਲੇ ਜੇਲਮ ਦਰਿਆ ਪਾਰ ਕਰਕੇ ਪੋਰਸ ਦੇ ਪਿਛਲੇ ਪਾਸਿਓਂ ਹਮਲਾ ਕੀਤਾ ਤੇ ਦੋਹਾਂ ਸੈਨਾਵਾਂ ਵਿੱਚ ਘਮਸਾਨ ਦੀ ਲੜਾਈ ਹੋਈ। ਇਸ ਮੌਕੇ ਤੇ ਸਿਕੰਦਰ ਅਤੇ ਪੋਰਸ ਆਮੋ ਸਾਹਮਣੇ ਆ ਗਏ। ਪੋਰਸ ਨੇ ਸਿਕੰਦਰ ਤੇ ਐਸਾ ਭਰਵਾਂ ਵਾਰ ਕੀਤਾ ਕਿ ਉਹਦੇ ਹੱਥੋਂ ਉਹਦੀ ਤਲਵਾਰ ਡਿੱਗ ਪਈ। ਜੇ ਪੋਰਸ ਚਾਹੁੰਦਾ ਤਾਂ ਉਸ ਵੇਲੇ ਸਿਕੰਦਰ ਦਾ ਸਫਾਇਆ ਕਰ ਸਕਦਾ ਸੀ, ਪਰ ਪੋਰਸ ਨੇ ਆਪਣੀ ਬਹਾਦਰੀ ਅਤੇ ਖੁੱਲ੍ਹਦਿਲੀ ਦਾ ਸਬੂਤ ਦਿੰਦੇ ਹੋਏ ਉਸ ਨੂੰ ਜਾਣ ਦਿੱਤਾ। ਪਰ ਇੰਨੀ ਵੀਰਤਾ ਵਿਖਾਉਣ ਦੇ ਬਾਵਜੂਦ ਵੀ ਆਖਰ ਪੋਰਸ ਹਾਰ ਗਿਆ ਕਿਉਂਕਿ ਸਿਕੰਦਰ ਨੂੰ ਪੋਰਸ ਦੇ ਪੁਰਾਣੀ ਵੈਰੀ ਅੰਬੀ ਨੇ ਬੜੀ ਮਦਦ ਕੀਤੀ। ਜਦ ਪੋਰਸ ਨੂੰ ਫੜ ਕੇ ਸਿਕੰਦਰ ਦੇ ਸਾਹਮਣੇ ਲਿਆਂਦਾ ਗਿਆ ਤਾਂ ਸਿਕੰਦਰ ਨੇ ਪੁੱਛਿਆ, ਤੇਰੇ ਨਾਲ ਕੀ ਸਲੂਕ ਕੀਤਾ ਜਾਏ? ਪੋਰਸ ਨੇ ਬੜੇ ਰੋਹਬ ਨਾਲ ਉੱਤਰ ਦਿੱਤਾ, ਉਹ ਸਲੂਕ ਜਿਹੜਾ ਇੱਕ ਰਾਜਾ ਦੂਜੇ ਰਾਜੇ ਨਾਲ ਕਰਨਾ ਚਾਹੀਦਾ ਹੈ। ਇਹ ਉੱਤਰ ਸੁਣ ਕੇ ਸਿਕੰਦਰ ਬੜਾ ਖੁਸ਼ ਹੋਇਆ। ਉਸਨੇ ਨਾ ਕੇਵਲ ਪੋਰਸ ਨੂੰ ਛੱਡ ਦਿੱਤਾ ਬਲਕਿ ਹੋਰ ਵੀ ਬਹੁਤ ਸਾਰਾ ਇਲਾਕਾ ਦੇ ਕੇ ਉਸ ਨੂੰ ਆਪਣਾ ਮਿੱਤਰ ਬਣਾ ਲਿਆ। ਰੋਮ ਦੀ ਸੱਭਿਅਤਾ। ਰੋਮ ਨਗਰ ਨੂੰ ਵਸਿਆਂ ਲਗਭਗ 2500 ਸਾਲ ਹੋ ਗਏ ਹਨ। ਅੱਜ ਕੱਲ੍ਹ ਇਹ ਨਗਰ ਇਟਲੀ ਦੀ ਰਾਜਧਾਨੀ ਹੈ। ਕਿਹਾ ਜਾਂਦਾ ਹੈ ਕਿ ਇਹਨਾਂ ਦੇ ਨਾਂ 2 ਬੱਚਿਆਂ ਰਮੋਲਸ ਤੇ ਰੀਮਸ ਤੋਂ ਪਿਆ ਜਿਨ੍ਹਾਂ ਨੂੰ ਇੱਕ ਬਘਿਆੜ ਨੇ ਪਾਲਿਆ ਸੀ। ਇੱਥੋਂ ਦੇ ਵਸਨੀਕਾਂ ਨੂੰ ਰੋਮਨਸ ਆਖਦੇ ਸਨ। ਇਹ ਲੋਕ ਵੀ ਆਰੀਆ ਕੌਮ ਦੀ ਹੀ ਇੱਕ ਸ਼ਾਖ ਸਨ। ਇਹ ਬੜੇ ਬਹਾਦਰ ਸਨ। ਇਹਨਾਂ ਨੇ ਇੱਕ ਬੜੇ ਸ਼ਕਤੀਸ਼ਾਲੀ ਰਾਜੇ ਨੂੰ ਜਿਸ ਦਾ ਨਾਂ ਪਿਰਹੰਸ ਸੀ ਤੇ ਜਿਸ ਤੇ ਇਹਨਾਂ ਨੇ ਹਮਲਾ ਕੀਤਾ ਸੀ ਹਰਾ ਕੇ ਆਪਣੇ ਰਾਜ ਨੂੰ ਵਿਸ਼ਾਲ ਬਣਾਇਆ। ਰੋਮ ਤੇ ਵੀ ਯੂਨਾਨੀ ਨਗਰਾਂ ਵਾਂਗ ਪਹਿਲਾਂ ਰਾਜੇ ਰਾਜ ਕਰਦੇ ਸਨ, ਬਾਅਦ ਵਿੱਚ ਹੌਲੀ ਹੌਲੀ ਲੋਕਾਂ ਨੂੰ ਲੋਕ ਰਾਜ ਸਥਾਪਿਤ ਕਰ ਲਿਆ। ਰੋਮ ਨਗਰ ਵਪਾਰ ਦਾ ਕੇਂਦਰ ਬਣ ਗਿਆ। ਇਸ ਦੇ ਰਾਜ ਪ੍ਰਬੰਧ ਲਈ ਉੱਚ ਘਰਾਣਿਆਂ ਦੇ ਲੋਕਾਂ ਵਿੱਚੋਂ ਚੁਣੀ ਹੋਈ ਪ੍ਰੀਸ਼ਦ ਹੁੰਦੀ ਸੀ। ਇਹਨਾਂ ਲੋਕਾਂ ਨੂੰ ਪੈਟਰੀਸਨਸ ਆਖਦੇ ਸਨ ਜੋ ਬੜੇ ਅਭਿਮਾਨੀ ਸਨ। ਇਹ ਲੋਕ ਵੀ ਜਿਨ੍ਹਾਂ ਨੂੰ ਪੈਲੇਬੀਅਨਸ ਆਖਦੇ ਸਨ ਰਾਜ ਪ੍ਰਬੰਧ ਵਿੱਚ ਹਿੱਸਾ ਲੈਣਾ ਚਾਹੁੰਦੇ ਸਨ। ਪਹਿਲਾਂ ਦੋਹਾਂ ਸ਼੍ਰੇਣੀਆਂ ਵਿੱਚ ਕਾਫੀ ਚਿਰ ਤੱਕ ਖਿੱਚੋਤਾਣ ਚੱਲਦੀ ਰਹੀ। ਅੰਤ ਨੂੰ ਪਲੇਬੀਅਨਸ ਨੇ ਪੂਰੇ ਹੱਕ ਹਾਸਲ ਕਰ ਲਏ। ਰੋਮ ਨਿਵਾਸੀ ਜ਼ਿਆਦਾ ਖੇਤੀਬਾੜੀ ਕਰਦੇ ਸਨ ਪਰ ਇਹਨਾਂ ਦੀ ਪ੍ਰਸਿੱਧਤਾ ਫੌਜੀ ਆਧਾਰ ਤੇ ਹੈ। ਇਹਨਾਂ ਨੇ ਦੁਨੀਆ ਦਾ ਬਹੁਤ ਸਾਰਾ ਹਿੱਸਾ ਜਿੱਤ ਕੇ ਉਸ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ ਜਿਸ ਨੂੰ ਰੋਮਨ ਸਾਮਰਾਜ ਆਖਦੇ ਸਨ। ਇਹ ਸਾਮਰਾਜ ਬੜਾ ਹੀ ਸ਼ਕਤੀਸ਼ਾਲੀ ਹੋਇਆ ਹੈ। ਇਹਨਾਂ ਦਾ ਇੱਕ ਬੜਾ ਹੀ ਮਸ਼ਹੂਰ ਜਰਨੈਲ ਹੋਇਆ ਹੈ ਜਿਸ ਦਾ ਨਾਂ ਜੂਲੀਅਸ ਸੀਜ਼ਰ ਸੀ।
ਇਹ ਇੱਕ ਬੜਾ ਦਲੇਰ ਨੇਤਾ ਸੀ। ਇਸ ਨੇ ਸਮੁੰਦਰੀ ਫੌਜ ਦੀ ਮਦਦ ਨਾਲ ਬਰਤਾਨੀਆ ਨੂੰ ਜਿੱਤ ਲਿਆ। ਬਰਤਾਨੀਆ ਤੇ ਰੋਮਨ ਰਾਜ ਵਿੱਚ ਕੋਈ 2.5-3 ਸਾਲ ਤੱਕ ਕਾਇਮ ਰਿਹਾ। ਜੂਲੀਅਸ ਸੀਜ਼ਰ ਨੂੰ ਰੋਮ ਵਿੱਚ ਧੜੇਬਾਜ਼ੀ ਦੇ ਕਾਰਨ ਮਾਰ ਦਿੱਤਾ ਗਿਆ। ਇਸ ਦੀ ਮੌਤ ਤੋਂ ਬਾਅਦ ਰੋਮਨ ਸਾਮਰਾਜ ਉੱਤੇ ਸ਼ਹਿਨਸ਼ਾਹ ਰਾਜ ਕਰਦੇ ਰਹੇ। ਪਹਿਲਾ ਬਾਦਸ਼ਾਹ ਜੂਲੀਅਸ ਸੀਜ਼ਰ ਦਾ ਭਤੀਜਾ ਸੀ, ਜਿਸ ਦਾ ਨਾਂ ਆਕਟੇਵੀਅਸ ਸੀ। ਸਮਰਾਟ ਬਣ ਕੇ ਉਸਨੇ ਆਪਣਾ ਨਾਂ ਔਗਸਟਸ ਰੱਖ ਲਿਆ। ਇਹਨਾਂ ਸਮਰਾਟਾਂ ਦਾ ਫੌਜ 'ਤੇ ਪੂਰਾ ਅਧਿਕਾਰ ਹੁੰਦਾ ਸੀ, ਪਰ ਬਾਅਦ ਵਾਲੇ ਸਮਰਾਟ ਹੌਲੀ ਕਮਜ਼ੋਰ ਹੁੰਦੇ ਗਏ ਤੇ ਆਪਣੀ ਫੌਜ ਆਪਣੀ ਮਰਜ਼ੀ ਨਾਲ ਸਮਰਾਟ ਬਣਾਉਣ ਤੇ ਹਟਾਉਣ ਲੱਗ ਪਈ, ਜਿਸ ਨਾਲ ਰੋਮ ਸਾਮਰਾਜ ਦਾ ਪਤਨ ਹੋ ਗਿਆ। ਜੰਗਲੀ ਜਾਨਵਰਾਂ ਅਤੇ ਯੋਧਿਆਂ ਦਾ ਆਪਸ ਵਿੱਚ ਘੋਲ ਕਰਾਉਣਾ ਰੋਮਨ ਦਾ ਵੱਡਾ ਮਨ ਪਰਚਾਵਾ ਸੀ। ਕਈ ਪਹਾੜੇ ਦੇ ਯੋਧੇ ਵੀ ਆਪੋ ਵਿੱਚ ਘੋਲ ਕਰਕੇ ਦਰਸ਼ਕਾਂ ਨੂੰ ਖੁਸ਼ ਕਰਦੇ ਸਨ। ਇਹਨਾਂ ਯੋਧਿਆਂ ਨੂੰ ਗਲੈਡੀਏਟਰ ਆਖਦੇ ਸਨ। ਇਸ ਕੰਮ ਲਈ ਇੱਕ ਬੜਾ ਵੱਡਾ ਅਖਾੜਾ ਬਣਾਇਆ ਗਿਆ ਸੀ, ਜਿਸ ਦੇ ਆਲੇ ਦੁਆਲੇ ਕੰਧ ਹੁੰਦੀ ਸੀ। ਜਦੋਂ ਜਹਾਜ਼ਾਂ ਦੀ ਆਪੋ ਵਿੱਚ ਲੜਾਈ ਵਿਖਾਉਣੀ ਹੁੰਦੀ ਸੀ ਤਾਂ ਇਸ ਵਿੱਚ ਪਾਣੀ ਭਰ ਲਿਆ ਜਾਂਦਾ ਸੀ। ਇਹ ਲੜਾਈਆਂ ਸੱਚਮੁੱਚ ਦੀਆਂ ਹੁੰਦੀਆਂ ਸਨ ਤੇ ਇਹਨਾਂ ਵਿੱਚ ਬੜਾ ਖੂਨ ਖਰਾਬਾ ਹੁੰਦਾ। ਰੋਮ ਨਿਵਾਸੀਆਂ ਕੋਲ ਗੁਲਾਮ ਵੀ ਬਹੁ ਗਿਣਤੀ ਵਿੱਚ ਹੁੰਦੇ ਸਨ। ਗੁਲਾਮਾਂ ਦਾ ਜੀਵਨ ਬੜਾ ਦੁਖਦਾਇਕ ਸੀ। ਇਹ ਕਿਸੇ ਹਾਲਤ ਵਿੱਚ ਵੀ ਆਪਣੇ ਮਾਲਕ ਨੂੰ ਛੱਡ ਕੇ ਕਿਧਰੇ ਨਹੀਂ ਜਾ ਸਕਦੇ ਸਨ। ਇਹਨਾਂ ਦੇ ਮਾਲਕ ਜੇ ਇਹਨਾਂ ਨੂੰ ਜਾਨੋਂ ਵੀ ਮਾਰ ਦਿੰਦੇ ਤਾਂ ਵੀ ਉਹਨਾਂ ਦੇ ਕੋਈ ਪੁੱਛ ਪ੍ਰਤੀਤ ਨਹੀਂ ਸੀ ਹੁੰਦੀ। ਰੋਮਨ ਸਾਮਰਾਜ ਦੇ ਅੰਤਲੇ ਦਿਨਾਂ ਵਿੱਚ ਈਸਾਈਆਂ 'ਤੇ ਬੜੇ ਜ਼ੁਲਮ ਢਾਏ ਜਾਂਦੇ ਸਨ। ਉਹਨਾਂ ਨੂੰ ਪਕੜ ਕੇ ਸੰਗਲਾਂ ਵਿੱਚ ਜਕੜ ਦਿੱਤਾ ਜਾਂਦਾ ਸੀ ਤੇ ਬੱਬਰ ਸ਼ੇਰਾਂ ਤੇ ਹੋਰ ਖੂੰਖਾਰ ਜੰਗਲੀ ਜਾਨਵਰਾਂ ਅੱਗੇ ਸੁੱਟ ਦਿੱਤਾ ਜਾਂਦਾ ਸੀ। ਰੋਮਨਸ ਦੇਵੀ ਦੇਵਤਿਆਂ ਨੂੰ ਮੰਨਦੇ ਸਨ ਤੇ ਉਹਨਾਂ ਲਈ ਬੜੇ ਵੱਡੇ ਮੰਦਰ ਬਣਾਉਂਦੇ ਸਨ। ਇਹਨਾਂ ਦਾ ਲਿਬਾਸ ਕੇਵਲ ਇੱਕ ਲੰਮਾ ਸਾਰਾ ਚੋਲਾ ਹੁੰਦਾ ਸੀ, ਜਿਸ ਨੂੰ ਇਹ ਟੋਗਾ ਆਖਦੇ ਸਨ। ਇਹ ਨਹਾਉਣ ਦੇ ਬੜੇ ਸ਼ੌਕੀਨ ਸਨ। ਇਹਨਾਂ 2 ਬਣੇ ਹੋਏ ਗੁਸਲਖਾਨੇ ਅਜੇ ਤੱਕ ਮੌਜੂਦ ਹਨ। ਪਹਿਲਾਂ ਤਾਂ ਇਹ ਈਸਾਈ ਧਰਮ ਦੇ ਬੜੇ ਵਿਰੁੱਧ ਸਨ ਤੇ ਈਸਾਈਆਂ ਨੂੰ ਬੜੇ ਤਸੀਹੇ ਦਿੰਦੇ ਰਹੇ, ਪਰ ਬਾਅਦ ਵਿੱਚ ਇਹਨਾਂ ਆਪ ਵੀ ਈਸਾਈ ਮਤ ਧਾਰਨ ਕਰ ਲਿਆ। ਐਸਕੀਮੋ ਏਸ਼ੀਆ, ਯੂਰਪ ਤੇ ਅਮਰੀਕਾ ਦੇ ਉੱਤਰ ਵਿੱਚ ਐਸਕੀਮੋ ਨਸਲ ਦੇ ਲੋਕ ਵਸਦੇ ਹਨ। ਇਹਨਾਂ ਦੇ ਜੀਵਨ ਵਿੱਚ ਸਦੀਆਂ ਤੋਂ ਕੋਈ ਖਾਸ ਤਬਦੀਲੀ ਨਹੀਂ ਆਈ। ਜਿਵੇਂ ਮਾਰੂਥਲਾਂ ਵਿੱਚ ਮੀਲਾਂ ਤੱਕ ਰੇਤ ਹੀ ਰੇਤ ਨਜ਼ਰ ਆਉਂਦੀ ਹੈ, ਇਸੇ ਤਰ੍ਹਾਂ ਇਸ ਇਲਾਕੇ ਵਿੱਚ 9 ਮਹੀਨੇ ਬਰਫ਼ ਹੀ ਬਰਫ਼ ਦਿਸਦੀ ਹੈ। ਇਹ ਇੱਕ ਕਿਸਮ ਦਾ ਬਰਫਾਨੀ ਮਾਰੂਥਲ ਹੈ। ਇੱਥੇ ਬਰਫ਼ ਕੇਵਲ 3 ਮਹੀਨੇ ਹੀ ਪਿਘਲਦੀ ਹੈ। ਉਸ ਸਮੇਂ ਧਰਤੀ ਫੁੱਲਾਂ ਤੇ ਹਰਿਆਵਲ ਨਾਲ ਖਿੜ ਉੱਠਦੀ ਹੈ। ਇਸ ਸੰਖੇਪ ਜਿਹੀ ਬਹਾਰ ਵਿੱਚ ਐਸਕੀਮੋ ਲੋਕ ਜਾਨਵਰਾਂ ਦੀ ਖੱਲ ਦੇ ਬਣੇ ਤੰਬੂਆਂ ਵਿੱਚ ਰਹਿੰਦੇ ਹਨ। ਇੱਥੇ 4 ਮਹੀਨੇ ਬਿਲਕੁਲ ਰਾਤ ਰਹਿੰਦੀ ਹੈ। ਸਿਰਫ ਦੁਪਹਿਰ ਨੂੰ ਹਰੇ ਜਿਹੇ ਰੰਗ ਦਾ ਚਾਨਣਾ ਹੁੰਦਾ ਹੈ। ਰਾਤ ਵੇਲੇ ਚੁੱਪਚਾਪ ਛਾ ਜਾਂਦੀ ਹੈ ਤੇ ਸੀਲਾਂ ਤੇ ਚਿੱਟੀਆਂ ਲੂੰਬੜੀਆਂ ਤੇ ਚਿੱਟੀ ਜੱਤ ਵਾਲੇ ਰਿੱਛ ਬਾਹਰ ਨਿਕਲ ਆਉਂਦੇ ਹਨ। ਉਹਨਾਂ ਦੀਆਂ ਆਵਾਜ਼ਾਂ ਨਾਲ ਦਿਲ ਦਹਿਲ ਜਾਂਦਾ ਹੈ। ਇਹਨਾਂ ਲੋਕਾਂ ਦਾ ਜੀਵਨ ਪੱਧਰ ਪੱਥਰ ਯੁੱਗ ਦੇ ਲੋਕਾਂ ਦੇ ਜੀਵਨ ਨਾਲ ਮਿਲਦਾ ਜੁਲਦਾ ਹੈ। ਇਹ ਬਰਫ਼ ਦੇ ਘਰ ਬਣਾਉਂਦੇ ਹਨ, ਜਿਹੜੇ ਬਾਹਰੋਂ ਬਰਫ਼ ਦੇ ਢੇਰ ਵਾਂਗ ਲੱਗਦੇ ਹਨ। ਉਹਨਾਂ ਦੇ ਮੂੰਹ ਅੱਗੇ ਸੁਰੰਗ ਵਰਗਾ ਬੂਹਾ ਹੁੰਦਾ ਹੈ, ਜਿਸ ਰਾਹੀਂ ਮਨੁੱਖ ਸਿਰਫ ਲੇਟ ਕੇ ਹੀ ਲੰਘ ਸਕਦਾ ਹੈ। ਇਹ ਭੀੜਾ ਜਿਹਾ ਰਸਤਾ ਰਾਤ ਵੇਲੇ ਰਿੱਛਾਂ ਤੋਂ ਬਚਣ ਲਈ ਬਣਾਇਆ ਜਾਂਦਾ ਹੈ। ਐਸਕੀਮੋ ਰਾਤ ਵੇਲੇ ਬਰਫ਼ ਤੇ ਜੱਤ ਵਾਲੇ ਜਾਨਵਰਾਂ ਦੀਆਂ ਖੱਲਾਂ ਵਿਛਾ ਕੇ ਸੌਂਦੇ ਹਨ। ਇਹ ਮਕਾਨ ਅੰਦਰੋਂ ਬੜਾ ਨਿੱਘਾ ਹੁੰਦਾ ਹੈ। ਨਿੱਘ ਅਸਲ ਵਿੱਚ ਇੱਕ ਪੱਥਰ ਦੇ ਦੀਵੇ ਵਿੱਚੋਂ ਆਉਂਦਾ ਹੈ, ਜਿਸ ਵਿੱਚ ਇਹ ਸੀਲ ਦੀ ਚਰਬੀ ਦਾ ਤੇਲ ਬਾਲਦੇ ਹਨ। ਇਸੇ ਤੇ ਹੀ ਇਹ ਖਾਣਾ ਪਕਾਉਂਦੇ ਹਨ ਤੇ ਆਪਣੇ ਕੱਪੜੇ ਸੁਕਾਉਂਦੇ ਹਨ। ਇਹ ਆਮ ਤੌਰ ਤੇ ਕੱਚਾ ਮਾਸ ਖਾਂਦੇ ਹਨ। ਇਸ ਤੋਂ ਇਹਨਾਂ ਦਾ ਨਾਂ ਐਸਕੀਮੋ ਪਿਆ ਹੈ, ਜਿਸ ਦਾ ਭਾਵ ਹੈ ਕੱਚਾ ਮਾਸ ਖਾਣ ਵਾਲੇ। ਇਹ ਮੱਛੀਆਂ, ਵੇਲ ਤੇ ਸੀਲ ਦੀ ਚਰਬੀ ਖਾਂਦੇ ਹਨ ਤੇ ਸ਼ਿਕਾਰ ਕੀਤੇ ਜਾਨਵਰਾਂ ਦਾ ਲਹੂ ਪੀਂਦੇ ਹਨ। ਇਹਨਾਂ ਦਾ ਕੱਦ ਛੋਟਾ ਤੇ ਚਮੜੀ ਪੀਲੀ ਹੁੰਦੀ ਹੈ। ਅੱਖਾਂ ਟੇਢੀਆਂ ਤੇ ਗੱਲਾਂ ਉੱਚੀਆਂ ਹੁੰਦੀਆਂ ਹਨ। ਜਦੋਂ ਸੀਲ ਦਾ ਸ਼ਿਕਾਰ ਕਰਨਾ ਹੋਵੇ ਤਾਂ ਇਹ ਬਰਫ਼ ਵਿੱਚ ਇੱਕ ਵੱਡਾ ਸਾਰਾ ਛੇਕ ਕਰ ਦਿੰਦੇ ਹਨ। ਜਦੋਂ ਸੀਲ ਸਾਹ ਲੈਣ ਲਈ ਬਾਹਰ ਨਿਕਲਦੀ ਹੈ ਤਾਂ ਉਹ ਉਹਦਾ ਸ਼ਿਕਾਰ ਕਰਨ ਲਈ ਪੱਥਰ ਜਾਂ ਹੱਡੀ ਦੇ ਬਣਾਏ ਹੋਏ ਫਲ ਵਾਲਾ ਨੇਜਾ ਵਰਤਦੇ ਹਨ। ਸ਼ਿਕਾਰ ਲਈ ਇਹਨਾਂ ਪਾਸ ਤੀਰ ਕਮਾਨ ਵੀ ਹੁੰਦਾ ਹੈ। ਤੀਰ ਦਾ ਅਗਲਾ ਹਿੱਸਾ ਵੀ ਪੱਥਰ ਜਾਂ ਤਿੱਖੀ ਹੱਡੀ ਦਾ ਬਣਿਆ ਹੁੰਦਾ ਹੈ। ਬਰਫ਼ ਦੇ ਕਾਰਨ ਇਹ ਬਿਨਾਂ ਪਹੀਆਂ ਵਾਲੀ ਗੱਡੀ ਵਰਤਦੇ ਹਨ, ਜਿਸ ਅੱਗੇ ਕੁੱਤੇ ਜਾਂ ਰੇਂਡੀਅਰ ਨਾਂ ਵਾਲਾ ਜਾਨਵਰ ਜੋੜਦੇ ਹਨ। ਇਹ ਪ੍ਰਾਹੁਣੇ ਦਾ ਬੜਾ ਆਦਰ ਕਰਦੇ ਹਨ। ਜਿਸ ਤਰ੍ਹਾਂ ਅਸੀਂ ਮਿਲਣ ਵੇਲੇ ਇੱਕ ਦੂਜੇ ਨਾਲ ਹੱਥ ਮਿਲਾਉਂਦੇ ਹਾਂ, ਇਹ ਮਿਲਣ ਵੇਲੇ ਇੱਕ ਦੂਜੇ ਨਾਲ ਆਪਣਾ ਨੱਕ ਰਗੜਦੇ ਹਨ। ਜਾਪਾਨ ਵਿੱਚ ਅੱਜ ਤੋਂ ਕਈ ਹਜ਼ਾਰ ਸਾਲ ਪਹਿਲਾਂ ਇੱਕ ਘਟੀਆ ਨਸਲ ਦੇ ਲੋਕ ਰਹਿੰਦੇ ਸਨ, ਜਿਨ੍ਹਾਂ ਨੂੰ ਆਇਨੂ ਕਹਿੰਦੇ ਹਨ। ਇਹ ਲੋਕ ਜ਼ਮੀਨ ਵਿੱਚ ਵੱਡੀਆਂ ਖੁੱਡਾਂ ਬਣਾ ਕੇ ਰਹਿੰਦੇ ਸਨ, ਪੱਥਰ ਦੇ ਹਥਿਆਰ ਵਰਤਦੇ ਸਨ, ਜੰਗਲੀ ਜਾਨਵਰਾਂ ਦੀਆਂ ਖੱਲਾਂ ਨਾਲ ਆਪਣਾ ਸਰੀਰ ਢੱਕਦੇ ਸਨ ਤੇ ਸ਼ਿਕਾਰ ਕੀਤੇ ਜਾਨਵਰਾਂ ਦਾ ਖੂਨ ਪੀਂਦੇ ਸਨ। ਅੱਜ ਤੋਂ 2.5-3 ਹਜ਼ਾਰ ਸਾਲ ਪਹਿਲਾਂ ਕੁਝ ਮੰਗੋਲ ਕਬੀਲੇ ਸਾਇਬੇਰੀਆ ਤੋਂ ਇੱਥੇ ਆਏ। ਬਾਅਦ ਵਿੱਚ ਕੁਝ ਹੋਰ ਕਬੀਲੇ ਮਲਾਇਆ ਵਿੱਚੋਂ ਵੀ ਇੱਥੇ ਆਏ। ਇਹਨਾਂ ਦੋਹਾਂ ਨੇ ਪੁਰਾਣੇ ਆਏ ਵਸਨੀਕਾਂ ਨੂੰ ਜਾਪਾਨ ਦੇ ਈਨੋ ਨਾਮੀ ਇੱਕ ਉੱਤਰੀ ਟਾਪੂ ਵੱਲ ਧੱਕ ਦਿੱਤਾ, ਜਿੱਥੇ ਉਹ ਹਾਲੀ ਵੀ ਰਹਿੰਦੇ ਹਨ। ਅੱਜ ਕੱਲ੍ਹ ਦੇ ਜਾਪਾਨੀ ਮੰਗੋਲਾਂ ਅਤੇ ਮਲਾਇਆ ਦੇ ਲੋਕਾਂ ਤੋਂ ਬਣੀ ਨਸਲ ਵਿੱਚੋਂ ਹਨ।
ਇਹ ਲੋਕ ਬੜੇ ਮਿਹਨਤੀ ਅਤੇ ਸਿਆਣੇ ਸਨ। ਲੋਹੇ ਦੀਆਂ ਤਲਵਾਰਾਂ ਅਤੇ ਤੀਰ ਕਮਾਨ ਵਰਤਦੇ ਸਨ। ਆਦਤਾਂ ਵਿੱਚ ਸਾਫ਼ ਸੁਥਰੇ ਹਨ। ਆਪਣੇ ਧਰਮ ਨੂੰ ਸ਼ਿੰਟੋ ਮਤ ਕਹਿੰਦੇ ਹਨ, ਜਿਸ ਦਾ ਅਰਥ ਹੈ ਵੱਡ ਵਡੇਰਿਆਂ ਦੀ ਪੂਜਾ ਹੈ। 3 ਸਦੀ ਈਸਵੀ ਵਿੱਚ ਇੱਥੇ ਕੋਰੀਆ ਰਾਹੀਂ ਕੁਝ ਚੀਨੀ ਆਏ। ਉਹਨਾਂ ਨੇ ਆਪਣੇ ਜਾਪਾਨੀਆਂ ਨੂੰ ਨਹਿਰਾਂ ਖੋਦਣ, ਸੜਕਾਂ ਬਣਾਉਣ ਤੇ ਰੇਸ਼ਮ ਦੇ ਕੀੜੇ ਪਾਲਣ ਦਾ ਕੰਮ ਸਿੱਖਿਆਵਾਂ ਅਤੇ ਜਾਪਾਨ ਵਿੱਚ ਬੁੱਧ ਮਤ ਦਾ ਪ੍ਰਚਾਰ ਕੀਤਾ ਤੇ ਜਲਦੀ ਹੀ ਸਾਰੇ ਦੇਸ਼ ਵਿੱਚ ਫੈਲਾ ਦਿੱਤਾ। ਇਸ ਨਾਲ ਜਾਪਾਨ ਉੱਤੇ ਚੀਨੀ ਸੱਭਿਅਤਾ ਦਾ ਇਤਨਾ ਪ੍ਰਭਾਵ ਪਿਆ ਕਿ ਉਹਨਾਂ ਨੂੰ ਆਪਣਾ ਰਾਜ ਪ੍ਰਬੰਧ, ਸ਼ਹਿਰਾਂ ਦੀ ਬਣਤਰ, ਸਾਹਿਤ ਅਤੇ ਕਲਾ ਨੂੰ ਚੀਨੀ ਰੰਗ ਵਿੱਚ ਰੰਗ ਲਿਆ। ਸ਼ੁਰੂ ਵਿੱਚ ਜਾਪਾਨੀ ਸਮਰਾਟਾਂ ਨੇ ਵੱਡੇ ਵੱਡੇ ਸਰਦਾਰਾਂ ਨੂੰ ਰਾਜ ਸੇਵਾ ਦੇ ਬਦਲੇ ਵੱਡੀਆਂ ਵੱਡੀਆਂ ਜਗੀਰਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਨਾਲ ਜਗੀਰਦਾਰ ਇਤਨੇ ਸ਼ਕਤੀਸ਼ਾਲੀ ਹੋ ਗਏ ਕਿ ਸਮਰਾਟਾਂ ਦੇ ਨਾਂ 'ਤੇ ਰਾਜ ਅਸਲ ਵਿੱਚ ਉਹ ਆਪ ਹੀ ਕਰਨ ਲੱਗ ਪਏ। ਇਹਨਾਂ ਦੀਆਂ ਸਮਾਜ 4 ਸ਼੍ਰੇਣੀਆਂ ਵਿੱਚ ਵੰਡੀ ਗਈ: ਸਿਪਾਹੀ, ਕਿਸਾਨ, ਕੰਮੀ ਤੇ ਵਪਾਰੀ। ਕਈਆਂ ਸਦੀਆਂ ਤੱਕ ਜਾਪਾਨ ਕਿਸੇ ਬਾਹਰਲੇ ਦੇਸ਼ਵਾਸੀ ਨੂੰ ਆਪਣੇ ਦੇਸ਼ ਵਿੱਚ ਨਾ ਆਉਣ ਦਿੱਤਾ। ਯਹੂਦੀ ਲੋਕ ਪ੍ਰਾਚੀਨ ਕਾਲ ਦੇ ਯੂਡੀਆ ਨਾਂ ਦੇ ਇਲਾਕੇ ਦੇ ਰਹਿੰਦੇ ਸਨ। ਇਸ ਇਲਾਕੇ ਦੇ ਦੱਖਣ ਵਿੱਚ ਨੀਲ ਨਦੀ ਦੇ ਵਸਨੀਕ ਸਨ, ਉੱਤਰ ਵਿੱਚ ਦਜਲਾ ਤੇ ਫਰਾਤ ਦੀ ਵਾਦੀ ਦੇ ਲੋਕ। ਇਸ ਲਈ ਯਹੂਦੀ ਲੋਕ ਇਹਨਾਂ ਦੋਹਾਂ ਕੰਮਾਂ ਦੇ ਆਪਸੀ ਯੋਧਾ ਕਾਰਨ ਨੁਕਸਾਨ ਉਠਾਉਂਦੇ ਸਨ। ਇਹਨਾਂ ਦੀ ਰਾਜਧਾਨੀ ਯਰੂਸ਼ਲਮ ਸੀ। ਲਗਭਗ 3500 ਸਾਲ ਹੋਏ ਯਹੂਦੀਆਂ ਦਾ ਰਾਜਾ ਮਿਸਰ ਦੇ ਫਿਰਾਓ ਨਿੱਕੇ ਦੂਜੇ ਦੇ ਵਿਰੁੱਧ ਲੜਿਆ, ਪਰ ਹਾਰ ਖਾ ਕੇ ਮਾਰਿਆ ਗਿਆ ਅਤੇ ਯਹੂਦੀ ਮਿਸਰੀਆਂ ਦੇ ਗੁਲਾਮ ਬਣ ਗਏ। ਪਰ ਬੇਬੀਲੋਨੀਅਨ ਦੇ ਬਾਦਸ਼ਾਹ ਨੇਬੂਕੈਡਨੇਜ਼ਰ ਨੇ ਨੀਕੋ ਨੂੰ ਪਿਛਾਂਹ ਵੱਲ ਧੱਕ ਦਿੱਤਾ ਤੇ ਲੁੱਟ-ਮਾਰ ਕਰਕੇ ਯਰੂਸ਼ਲਮ ਨੂੰ ਬਰਬਾਦ ਕਰ ਦਿੱਤਾ ਤੇ ਉੱਥੋਂ ਦੇ ਬਹੁਤ ਸਾਰੇ ਲੋਕਾਂ ਨੂੰ ਕੈਦੀ ਬਣਾ ਕੇ ਬੈਬੀਲੋਨੀਆ ਲੈ ਗਿਆ। ਇਹ ਯਹੂਦੀ ਗੁਲਾਮ ਬਹੁਤ ਚਿਰ ਬੈਬੀਲੋਨੀਆ ਵਿੱਚ ਰਹੇ। ਅੰਤ ਨੂੰ ਈਰਾਨ ਦੇ ਬਾਦਸ਼ਾਹ ਸਾਈਰਸ ਨੇ ਬੈਬੀਲੋਨੀਆ ਨੂੰ ਜਿੱਤ ਕੇ ਇਹਨਾਂ ਗੁਲਾਮਾਂ ਨੂੰ ਵਾਪਸ ਇਹਨਾਂ ਦੇ ਦੇਸ਼ ਭੇਜ ਦਿੱਤਾ। ਇਹ ਲੋਕ ਹੁਣ ਇੱਕ ਉਜਾਗਰ ਰਾਜਸੀ ਕੌਮ ਬਣ ਗਏ। ਇਹਨਾਂ ਨੇ ਆਪਣੀ ਅੰਜੀਲ ਲਿਖੀ। ਇਹਨਾਂ ਵਿੱਚ ਬਹੁਤ ਸਾਰੇ ਪੈਗੰਬਰ ਹੋਏ ਹਨ, ਜਿਨ੍ਹਾਂ ਵਿੱਚੋਂ ਹਜ਼ਰਤ ਈਸਾ ਇੱਕ ਮਹਾਨ ਵਿਅਕਤੀ ਹੋਏ ਹਨ, ਜਿਨ੍ਹਾਂ ਨੂੰ ਹੋਇਆ ਲਗਭਗ ਪੌਣੇ 2000 ਸਾਲ ਹੋਏ ਹਨ। ਅਸਲ ਵਿੱਚ ਈਸਵੀ ਸਨ ਉਹਨਾਂ ਤੋਂ ਹੀ ਸ਼ੁਰੂ ਹੁੰਦਾ ਹੈ। ਇਹਨਾਂ ਨੂੰ ਆਪਣੇ ਧਰਮ ਪ੍ਰਚਾਰ ਕਰਨ ਸੂਲੀ ਤੇ ਟੰਗ ਦਿੱਤਾ ਗਿਆ। ਕ੍ਰੀਟ ਦੀ ਸੱਭਿਅਤਾ। ਰੂਮ ਸਾਗਰ ਵਿੱਚ ਯੂਨਾਨ ਦੇਸ਼ ਦੇ ਨੇੜੇ ਬਹੁਤ ਸਾਰੇ ਛੋਟੇ ਛੋਟੇ ਟਾਪੂ ਹਨ। ਇਹਨਾਂ ਵਿੱਚੋਂ ਇੱਕ ਕ੍ਰੀਟ ਹੈ। ਲਗਭਗ 3500 ਸਾਲ ਹੋਏ ਇੱਥੇ ਇੱਕ ਸੱਭਿਅਤਾ ਪਲੀ ਸੀ। ਉਹਨਾਂ ਦਿਨਾਂ ਵਿੱਚ ਇਸ ਟਾਪੂ ਦਾ ਬੜਾ ਬੋਲਬਾਲਾ ਸੀ। ਲੋਕ ਸਮੁੰਦਰ ਰਾਹੀਂ ਵਪਾਰ ਕਰਦੇ ਸਨ ਤੇ ਖੁਸ਼ਹਾਲ ਜੀਵਨ ਬਸਰ ਕਰਦੇ ਸਨ। ਇੱਥੋਂ ਦੇ ਰਾਜੇ ਅਤੇ ਹੋਰ ਸਰਦਾਰ ਬੜੀ ਸੱਜ ਧੱਜ ਨਾਲ ਰਹਿੰਦੇ ਸਨ। ਇਸ ਟਾਪੂ ਦਾ ਵੱਡਾ ਨਗਰ ਕਨੌਸਸ ਸੀ, ਜਿਸ ਵਿੱਚ ਵੱਡੇ ਵੱਡੇ ਤੇ ਆਲੀਸ਼ਾਨ ਮਹੱਲ ਸਨ। ਇਸ ਮਹੱਲ ਸੁੰਦਰ ਚਿੱਤਰਾਂ ਤੇ ਮੂਰਤੀਆਂ ਨਾਲ ਸੱਜੇ ਹੋਏ ਸਨ। ਇਹਨਾਂ ਦੀ ਕਾਰੀਗਰੀ ਨੀਲ ਵਾਦੀ ਦੇ ਉੱਤਮ ਕਾਰੀਗਰਾਂ ਨੂੰ ਮਾਤ ਪਾਉਂਦੀ ਸੀ। ਮਹੱਲਾਂ ਵਿੱਚ ਪਾਣੀ ਪਹੁੰਚਾਉਣ ਦਾ ਪੂਰਾ ਪ੍ਰਬੰਧ ਸੀ ਤੇ ਨਾਲ ਨਾਲੀਆਂ ਵੀ ਬਣਾਈਆਂ ਹੋਈਆਂ ਸਨ। ਖੁਦਾਈ ਕਰਨ ਸਮੇਂ ਕੁਝ ਮੂਰਤੀਆਂ ਮਿਲੀਆਂ ਹਨ, ਜਿਨ੍ਹਾਂ ਨੇ ਹੂ ਬਹੂ ਅਜਿਹਾ ਲਿਬਾਸ ਪਾਇਆ ਹੋਇਆ ਹੈ, ਜਿਹੜਾ ਕੋਈ 50 ਸਾਲ ਪਹਿਲਾਂ ਕ੍ਰੀਟ ਦੀਆਂ ਇਸਤਰੀਆਂ ਪਾਉਂਦੀਆਂ ਸਨ। ਲੋਕ ਖੇਡਾਂ ਦੇ ਬੜੇ ਸ਼ੌਕੀਨ ਸਨ। ਇਹ ਲਿਖਣਾ ਪੜ੍ਹਨਾ ਜਾਣਦੇ ਸਨ। ਇਹਨਾਂ ਲੋਕਾਂ ਨੇ ਯੂਨਾਨ ਅਤੇ ਹੋਰ ਲਾਗਲੇ ਦੇਸ਼ਾਂ ਵਿੱਚ ਆਪਣੀਆਂ ਬਸਤੀਆਂ ਬਣਾਈਆਂ, ਪਰ ਕ੍ਰੀਟ ਦੀ ਸੱਭਿਅਤਾ ਅਚਾਨਕ ਖਤਮ ਹੋ ਗਈ। ਕਨੌਸਸ ਦਾ ਮਹੱਲ ਤਬਾਹ ਕਰ ਦਿੱਤਾ ਗਿਆ। ਅਨੁਮਾਨ ਹੈ ਕਿ ਸਮੁੰਦਰੀ ਲੁਟੇਰਿਆਂ ਨੇ ਇਸ ਟਾਪੂ ਨੂੰ ਲੁੱਟ ਲਿਆ ਤੇ ਉਜਾੜ ਦਿੱਤਾ। ਇਸ ਨਾਲ ਇਹ ਸੱਭਿਅਤਾ ਸਦਾ ਲਈ ਖਤਮ ਹੋ ਗਈ। ਇਹ ਸੀ ਮਨੁੱਖ ਦੀ ਕਹਾਣੀ ਦਾ ਭਾਗ ਪਹਿਲਾ, ਜਿਸ ਵਿੱਚ ਤੁਸੀਂ ਵੱਖ-ਵੱਖ ਸੱਭਿਅਤਾਵਾਂ ਦਾ ਵਰਣਨ ਸੁਣਿਆ ਹੈ। ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਏਗੀ ਤੇ ਤੁਹਾਡੇ ਲਈ ਲਾਹੇਵੰਦ ਸਾਬਤ ਹੋਏਗੀ। ਧੰਨਵਾਦ।